ਅਸੀਂ ਲਗਾਤਾਰ ਇਹ ਖਬਰਾਂ ਸੁਣਦੇ ਆ ਰਹੇ ਹਾਂ ਕਿ ਡਾਕਟਰਸ ਦੀ ਸ਼ਾਰਟੇਜ ਹੋ ਰਹੀ ਹੈ, ਡਾਕਟਰਸ ਘੱਟ ਨੇ ਤੇ ਤੁਸੀਂ ਵੀ ਇਸ ਗੱਲ ਨਾਲ ਰਿਲੇਟ ਕਰਦੇ ਹੋਵੋਗੇ ਕਿ ਹਸਪਤਾਲਾਂ ਦੇ ਵਿੱਚ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਜਿਹੜੇ ਸਾਰੇ ਕੰਟਰੀ ਦੇ ਵਿੱਚ ਕੋਈ 40% ਦਾ ਨੇੜੇ ਜਿਹੜਾ ਬਜਟ ਹੈ ਨਾ ਉਹ ਹੈਲਥ ਕੇਅਰ ਦੇ ਖਰਚਾ ਕਰ ਲੈਕ ਆਫ ਮਨੀ ਦੀ ਨਹੀਂ ਜ਼ਿਆਦਾ ਗੱਲ ਹੈਗੀ ਰੀਆਰਗੇਨਾਈਜੇਸ਼ਨ ਦੀ ਕਰਨ ਦੀ। ਲੋਕ ਬੜੇ ਪਰੇਸ਼ਾਨ ਹੈਗੇ ਨੇ। ਪਿਛਲੇ ਸਾਲਾਂ ਦੇ ਵਿੱਚ ਅਸੀਂ ਇੰਨੀ ਪਰੇਸ਼ਾਨੀ ਨਹੀਂ ਦੇਖੀ ਜਿੰਨੀ ਹੁਣ ਦੇਖੀ ਜਾ ਰਹੀ ਹੈ। ਸਰਕਾਰਾਂ ਸਾਰੀਆਂ ਕਹਿੰਦੀਆਂ ਵੀ ਵੇਜਸ ਵਧਾਓ, ਵੇਜਸ ਠੀਕ ਹੈ ਵਧਣੇ ਚਾਹੀਦੇ ਨੇ ਕੰਮ ਕਰਨ ਵਾਲੇ, ਪਰ ਜਿਹੜੇ ਵੇਜਸ ਨੇ ਵਧਾਉਣ ਵਾਸਤੇ ਉਹਨੂੰ ਜੇ ਤੁਸੀਂ ਸਰਵਿਸ ਅੱਗੇ ਪ੍ਰੋਵਾਈਡ ਕਰਨੀ ਆਪ ਥੋੜਾ ਸਬਸਿਡਾਈਜ਼ ਕਰਨੀ। ਤੁਸੀਂ ਮੈਡੀਕਲ ਸਿਸਟਮ ਕਿਸੇ ਵੀ ਦੇਸ਼ ਦੇ ਵਿੱਚ ਸਟਰੋਂਗ ਹੋਣਾ ਚਾਹੀਦਾ। ਤੁਸੀਂ ਕੋਵਿਡ-19 ਦੇ ਸਮੇਂ 'ਚ ਦੇਖ ਲਿਆ ਕਿ ਕਿਸ ਤਰ੍ਹਾਂ ਦਾ ਸਾਡਾ ਮੈਡੀਕਲ ਸਿਸਟਮ ਹੈ। ਕੋਈ ਵੀ ਸਰਕਾਰ ਹੋਏ ਕਿਸੇ ਵੀ ਰੰਗ ਦੀ ਹੋਏ ਉਹਨਾਂ ਨੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸੋਚਿਆ ਨਹੀਂ। ਪ੍ਰਾਇਮਰੀ ਕੇਅਰ ਉਸੇ ਤਰੀਕੇ ਨਾਲ ਰੱਖੀ ਹੈ। ਹਰ ਸਾਲ ਜਦੋਂ ਵੀ ਕੋਈ ਪੋਲੀਟੀਕਲ ਵਾਤਾਵਰਨ ਬਦਲਣਾ ਹੁੰਦਾ ਉਦੋਂ ਗੱਪਸ਼ਪ ਮਾਰਦੇ ਨੇ ਸਾਰੇ ਵੱਡੀਆਂ ਅਨਾਉਂਸਮੈਂਟਾਂ ਕਰਕੇ, ਪਰ ਅਲਟੀਮੇਟਲੀ ਕਿਸੇ ਦੀ ਉਹਨੂੰ ਹਿੰਮਤ ਨਹੀਂ ਪੈਂਦੀ ਵੀ ਇਸ ਚੀਜ਼ ਨੂੰ ਲਾਗੂ ਕਿਸ ਤਰ੍ਹਾਂ ਕਰਨਾ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ। ਪਰ ਅੱਜ ਹੈਲਥ ਸ਼ੋਅ ਦੇ ਵਿੱਚ ਡਿਫਰੈਂਟ ਟੌਪਿਕ ਨੂੰ ਆਧਾਰ ਬਣਾ ਕੇ ਗੱਲ ਕੀਤੀ ਜਾਣੀ ਹੈ। ਅਸੀਂ ਬਹੁਤ ਗੱਲਾਂ ਕੀਤੀਆਂ ਨੇ ਬਿਮਾਰੀਆਂ ਦੇ ਬਾਰੇ, ਐਲਰਜੀਜ਼ ਦੇ ਬਾਰੇ, ਹੋਰ ਕਈ ਚੀਜ਼ਾਂ, ਕੋਵਿਡ-19 ਦੇ ਬਾਰੇ ਹਰ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਹੈ। ਹੀਟ ਵੇਵ ਦੇ ਬਾਰੇ ਇਨਫੋਰਮੇਸ਼ਨ ਪਹੁੰਚਾਈ ਹੈ। ਪਰ ਇਸ ਸ਼ੋਅ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਡਾਕਟਰਸ ਦੇ ਬਾਰੇ। ਅਸੀਂ ਲਗਾਤਾਰ ਇਹ ਖਬਰਾਂ ਸੁਣਦੇ ਆ ਰਹੇ ਹਾਂ ਕਿ ਡਾਕਟਰਸ ਦੀ ਸ਼ਾਰਟੇਜ ਹੋ ਰਹੀ ਹੈ, ਡਾਕਟਰਸ ਘੱਟ ਨੇ ਤੇ ਤੁਸੀਂ ਵੀ ਇਸ ਗੱਲ ਨਾਲ ਰਿਲੇਟ ਕਰਦੇ ਹੋਵੋਗੇ ਕਿ ਹਸਪਤਾਲਾਂ ਦੇ ਵਿੱਚ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਫੈਮਿਲੀ ਡਾਕਟਰ ਦਾ ਕੀ ਰੋਲ ਹੈ, ਸਪੈਸ਼ਲਿਸਟ ਦਾ ਕੀ ਰੋਲ ਹੈ? ਤੇ ਜੇ ਅਸੀਂ ਉਹਨਾਂ ਡਾਕਟਰਸ ਦੇ ਕੋਲੋਂ ਸਵਾਲ ਪੁੱਛਦੇ ਹਾਂ ਤਾਂ ਜਵਾਬ ਇਹੀ ਆਉਂਦਾ ਕਿ ਡਾਕਟਰਸ ਦੀ ਘਾਟ ਹੈਗੀ ਹੈ। ਕਿਉਂ ਹੈਗੀ ਹੈ ਇਹ ਘਾਟ? ਇਸ ਗੱਲ ਦਾ ਜਵਾਬ ਅਸੀਂ ਕਿਸੇ ਪ੍ਰੋਵਿੰਸ਼ੀਅਲ ਲੈਵਲ ਦੇ MP MLA ਤੋਂ ਜਾਂ ਅਸੀਂ MP ਤੋਂ ਫੈਡਰਲ ਲੈਵਲ ਦੇ ਕਿਸੇ ਨੁਮਾਇੰਦੇ ਤੋਂ ਲੈ ਸਕਦੇ ਹਾਂ। ਪਰ ਅੱਜ ਇਸ ਬਾਰੇ ਗੱਲ ਇੱਕ ਡਾਕਟਰ ਦੇ ਨਾਲ ਕੀਤੀ ਜਾਣੀ ਆ, ਜਿਹੜੇ ਡਾਕਟਰ ਇਸ ਪੇਸ਼ੇ ਦੇ ਵਿੱਚ ਵੀ ਹੈਗੇ ਨੇ, ਇੱਕ ਪਰਸਪੈਕਟਿਵ ਵੀ ਆਪਣਾ ਰੱਖਦੇ ਹੈਗੇ ਨੇ। ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਚੱਲ ਰਿਹਾ ਖਾਸ ਕਰਕੇ ਸਾਡੀ ਪ੍ਰੋਵਿੰਸ ਦੇ ਵਿੱਚ। ਗੱਲਬਾਤ ਕਰਾਂਗੇ ਅੱਜ ਡਾਕਟਰ ਗੁਲਜ਼ਾਰ ਚੀਮਾ ਦੇ ਨਾਲ। ਡਾਕਟਰ ਚੀਮਾ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਮੈਂ ਸਮਝਣਾ ਕਿ ਜਿਹੜਾ ਸਵਾਲ ਤੁਸੀਂ ਰੇਜ਼ ਕੀਤਾ ਇਹ ਕਾਫੀ ਪਲੇਟਫਾਰਮ ਤੋਂ ਲੋਕਾਂ ਨੇ ਗੱਲਬਾਤ ਕੀਤੀ ਹੈ। ਬੜਾ ਸਵਾਲ ਤੇ ਬੜਾ ਸਟ੍ਰੇਟ ਹੈ, ਪਰ ਜਿਸ ਹਾਲਾਤ ਦੇ ਵਿੱਚ ਮੈਂ ਆਨਸਰ ਕਰਨਾ, ਕਿਉਂਕਿ ਮੈਂ ਪ੍ਰੈਕਟਿਸ ਵੀ ਕਰਨਾ, ਮੈਂ ਹੋਰ ਵੀ ਇਨਵੋਲਵ ਹਾਂ ਬੜੇ ਤਰੀਕਿਆਂ ਨਾਲ, ਮੈਨੂੰ ਇਸ ਗੱਲ ਦੀ ਸਮਝ ਵੀ ਹੈਗੀ ਹੈ ਤੇ ਮੇਰੇ ਆਪਣੇ ਵਿਊਜ਼ ਵੀ ਹੈਗੇ ਨੇ। ਉਹ ਜਿਹੜੇ ਅੱਜ ਮੈਂ ਗੱਲ ਕਰਾਂਗਾ ਉਸ ਬਾਰੇ ਮੈਂ ਸਿਰਫ ਆਪਣੇ ਜਿਹੜੇ ਵਿਊਜ਼ ਨੇ ਜਾਂ ਜਿਹੜੀ ਚੀਜ਼ ਨੂੰ ਮੈਂ ਸਮਝਦਾ ਕਿ ਇਸ ਚੀਜ਼ ਨੂੰ ਸੋਚਣਾ ਚਾਹੀਦਾ ਉਹਦੇ ਬਾਰੇ ਗੱਲ ਕਰਾਂਗਾ। ਮੈਂ ਕਿਸੇ ਪੋਲੀਟੀਕਲ ਪਾਰਟੀ ਦੇ ਵਿਊਜ਼ ਨੂੰ ਬਾਰੇ ਮੈਂ ਗੱਲ ਨਹੀਂ ਕਰਨੀ ਹੈ। ਡਾਕਟਰ ਚੀਮਾ, ਅਸੀਂ ਇੱਥੇ ਸੱਚੀ ਮੁੱਚੀ ਉਹ ਕਰ ਦਈਏ ਕਿ ਕਲੀਅਰ ਕਰ ਦਈਏ ਕਿ ਅੱਜ ਦੀ ਜਿਹੜੀ ਗੱਲਬਾਤ ਹੋਣੀ ਹੈ ਨਾ, ਉਹ ਲੋਕਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਲੋਕਾਂ ਨੂੰ ਕੀ ਮੁਸ਼ਕਿਲਾਂ ਆ ਰਹੀਆਂ ਨੇ, ਸਰਕਾਰ ਕੀ ਕਰ ਸਕਦੀ ਹੈ, ਕੀ ਵੇਜ਼ ਹੋ ਸਕਦੇ ਨੇ ਉਹਨਾਂ ਦੇ ਕੋਲ। ਅਸੀਂ ਕਿਸੇ ਪਾਰਟੀ ਦੀ ਨਹੀਂ ਗੱਲ ਕਰ ਰਹੇ ਅੱਜ ਅਸੀਂ ਕਿਸੇ ਹੋਰ ਚੀਜ਼ ਦੀ ਨਹੀਂ ਗੱਲ ਕਰ ਰਹੇ। ਅਸੀਂ ਸਿਰਫ ਗੱਲ ਕਰ ਰਹੇ ਹੈਗੇ ਆ ਕਿ ਸ਼ਾਰਟੇਜ ਆ ਰਹੀ ਹੈ, ਲੋਕਾਂ ਨੂੰ ਸਮੱਸਿਆ ਆ ਰਹੀ ਹੈ, ਇਹਦਾ ਹੱਲ ਕੀ ਹੋ ਸਕਦਾ, ਸਰਕਾਰਾਂ ਕੀ ਕਰ ਸਕਦੀਆਂ ਨੇ, ਕਿਸ ਤਰ੍ਹਾਂ ਦੇ ਨਾਲ ਧਿਆਨ ਦੇ ਸਕਦੀਆਂ ਨੇ। ਮੈਂ ਜਿਵੇਂ ਇੰਟਰਵਿਊ ਤੋਂ ਪਹਿਲਾਂ ਵੀ ਦੱਸ ਰਹੀ ਸੀ ਤੁਹਾਡੇ ਨਾਲ ਗੱਲਬਾਤ ਕਰ ਰਹੀ ਸੀ ਕਿ ਲੋਕ ਬੜੇ ਪਰੇਸ਼ਾਨ ਹੈਗੇ ਨੇ। ਪਿਛਲੇ ਸਾਲਾਂ ਦੇ ਵਿੱਚ ਅਸੀਂ ਇੰਨੀ ਪਰੇਸ਼ਾਨੀ ਨਹੀਂ ਦੇਖੀ ਜਿੰਨੀ ਹੁਣ ਦੇਖੀ ਜਾ ਰਹੀ ਹੈ। ਮੈਂ ਇੱਕ ਰਿਪੋਰਟ ਪੜ੍ਹ ਰਹੀ ਸੀ ਤੇ ਉਹਦੇ ਵਿੱਚ ਕਿਹਾ ਗਿਆ ਕਿ ਇਕੱਲੇ BC ਦੇ ਵਿੱਚ 1 ਮਿਲੀਅਨ ਲੋਕ ਨੇ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਤੱਕ ਨਹੀਂ ਹੈਗੇ। ਅੱਗੇ ਜਾਣਾ ਤਾਂ ਦੂਰ ਦੀ ਗੱਲ ਹੈਗੀ ਹੈ। ਤੁਹਾਨੂੰ ਕੀ ਲੱਗਦਾ ਇਹ ਸ਼ਾਰਟੇਜ, ਇਹ ਗੱਲ ਸ਼ੁਰੂ ਕਿੱਥੋਂ ਹੋਈ ਹੈ? ਰੂਟ ਕਾਜ਼ ਕੀ ਹੈ ਇਹਦਾ ਜੀ? ਦੇਖੋ, ਪਹਿਲੀ ਗੱਲ ਤਾਂ ਹੈ ਕਿ BC ਦੀ ਪਾਪੂਲੇਸ਼ਨ ਵੱਧਦੀ ਪਈ ਹੈ, ਪਰ ਬਾਕੀ ਪ੍ਰੋਵਿੰਸਾਂ ਦੀ ਵੱਧਦੀ ਪਈ ਹੈ। ਜਿਹੜੀ ਕੈਨੇਡਾ ਦੇ ਵਿੱਚ ਜਿਹੜਾ ਸਾਰਾ ਪ੍ਰਾਇਮਰੀ ਜਿਹੜਾ ਡੋਰ ਹੈ ਐਂਟਰੀ ਦਾ, ਉਹ ਹੈਗਾ ਫੈਮਿਲੀ ਮੈਡੀਸਨ। ਕਿਸੇ ਨੂੰ ਵੀ ਕੋਈ ਚੀਜ਼ ਬਾਰੇ ਵੀ ਪ੍ਰੋਬਲਮ ਆਉਂਦੀ ਹੈ, ਪਹਿਲਾਂ ਉਹਨੂੰ ਚਾਹੀਦਾ ਪ੍ਰਾਇਮਰੀ ਕੇਅਰ ਡਾਕਟਰ। ਹਮੇਸ਼ਾ ਕੈਨੇਡਾ ਦਾ ਬੜਾ ਵੱਡਾ ਪ੍ਰਾਈਡ ਸੀ ਕਿ ਜਿਹੜਾ ਸਾਡਾ ਸਿਸਟਮ ਹੈ, ਸਿਸਟਮ ਦੇ ਵਿੱਚ ਤੁਸੀਂ ਰਹਿ ਕੇ ਪ੍ਰਾਇਮਰੀ ਡਾਕਟਰ ਤੁਹਾਡਾ ਕਵਰੇਜ ਹੈ, ਤੁਹਾਡੀਆਂ ਮੈਡੀਸਨ ਕਵਰੇਜ ਨੇ, ਤੁਹਾਡਾ ਜਿਹੜਾ ਯੂਨੀਵਰਸਲ ਹੈਲਥ ਕੇਅਰ ਸਿਸਟਮ, ਬਹੁਤ ਹੀ ਇਸ ਚੀਜ਼ ਦਾ ਮਾਣ ਹੁੰਦਾ ਸੀ। ਜਿਹੜੀਆਂ
ਜਿਹੜੀਆਂ ਕੰਟਰੀਜ਼ ਨੇ G7 ਦੀਆਂ ਉਹਦੇ ਵਿੱਚੋਂ ਉੱਭਰ ਕੇ ਨਾਂ ਆਉਂਦਾ ਸੀ ਵੀ ਪੈਸੇ ਬੜੇ ਖਰਚ ਕਰਦੇ ਨੇ। ਐਂਡ ਓਵਰਆਲ ਜਿਹੜਾ ਨਾ ਜਿਹੜੇ ਸਾਰੇ ਕੰਟਰੀ ਦੇ ਵਿੱਚ ਕੋਈ 40% ਦੇ ਨੇੜੇ ਜਿਹੜਾ ਬਜਟ ਹੈ ਨਾ ਉਹ ਹੈਲਥ ਕੇਅਰ 'ਤੇ ਹੁੰਦਾ ਖਰਚ। ਲੈਕ ਆਫ ਮਨੀ ਦੀ ਨਹੀਂ ਜ਼ਿਆਦਾ ਗੱਲ ਹੈਗੀ ਰੀਆਰਗਨਾਈਜੇਸ਼ਨ ਦੀ ਕਰਨ ਦੀ। ਅਤੇ ਇਹ ਜਿਹੜੀ ਇਹ ਤਕਲੀਫ ਹੈ ਵੀ ਕਿਸ ਤਰ੍ਹਾਂ ਇਸ ਸਿਚੁਏਸ਼ਨ 'ਤੇ ਪਹੁੰਚੇ ਵੀ ਹਰ ਸਾਲ BC ਵਿੱਚ ਤਕਰੀਬਨ ਲੱਖ ਤੋਂ ਜ਼ਿਆਦਾ ਲੋਕ ਆਉਂਦੇ ਰਹਿਣਾ। ਜਦੋਂ ਵੀ ਜ਼ਿਆਦਾ ਲੋਕ ਆਉਂਦੇ ਨੇ ਉਹਨਾਂ ਵਾਸਤੇ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਪੈਂਦੀਆਂ। ਜਿਹੜੀਆਂ ਸਾਰੀਆਂ ਸਰਵਿਸਿਜ਼ ਨੇ ਉਹਦੇ ਵਿੱਚੋਂ ਬਾਕੀਆਂ ਦੀ ਗੱਲ ਨਹੀਂ, ਹੈਲਥ ਕੇਅਰ ਦੇ ਵਿੱਚੋਂ ਤੇ ਪ੍ਰਾਇਮਰੀ ਡਾਕਟਰ ਤੇ ਉਹ ਇੱਕ ਕਿਸਮ ਦੀ ਨੈਸੈਸਿਟੀ ਹੈ। ਇਸ਼ੂ ਇਹ ਖੜਾ ਹੋ ਗਿਆ ਕਿ ਜਿਹੜੇ ਡਾਕਟਰਸ ਪਹਿਲਾਂ ਜੇ ਉਹਨਾਂ ਦੀ ਏਜ ਜਿਹੜੀ ਸੀ ਰਿਟਾਇਰਮੈਂਟ ਦੀ ਏਜ ਆ ਗਈ ਨੇੜੇ, ਕਾਫੀ ਲੋਕ ਨੇ ਉਹ ਮੇਰੀ ਏਜ ਦੇ ਨੇ। ਮੈਂ ਹੁਣ ਤਕਰੀਬਨ 68 ਸਾਲ ਦਾ, ਅਤੇ ਕਿੰਨਾ ਮੁਸ਼ਕਿਲ ਹੁੰਦਾ ਵੀ ਇਸ ਉਮਰ ਦੇ ਵਿੱਚ ਵੀ ਬਹੁਤ ਡਾਕਟਰ ਨੇ ਜਿਹੜੇ ਟਰਾਈ ਕਰਦੇ ਪਏ ਨੇ। ਪਰ ਜਿਹੜਾ ਸਾਡਾ ਸਿਸਟਮ ਦਾ ਜਿਹੜਾ ਪੈਕੇਜ ਹੈ ਜਾਂ ਜਿਹੜੀ ਵੀ ਉਹਦੀ ਸਰਵਿਸ ਜਿਹੜੇ ਅਸੀਂ ਲੋਕ ਪ੍ਰੋਵਾਈਡ ਕਰਦੇ ਹਾਂ, ਜਾਂ ਉਹਨਾਂ ਦੇ ਜਿਹੜੇ ਖਰਚੇ ਨੇ ਜਾਂ ਉਹਨਾਂ ਦੀਆਂ ਇੰਸ਼ੋਰੈਂਸਿਸ ਨੇ ਜਾਂ ਉਹਨਾਂ ਦਾ ਸਟਾਫ ਹੈ, ਉਹ ਤਾਂ ਸਾਰਾ ਇੱਥੋਂ ਸ਼ੁਰੂ ਹੋਇਆ ਸੀ ਅਤੇ ਵੱਧਦਾ ਇੱਥੇ ਪਹੁੰਚ ਗਿਆ। ਅਤੇ ਜਿਹੜਾ ਡਾਕਟਰਾਂ ਦਾ ਜਿਹੜੀ ਉਹਨਾਂ ਨੂੰ ਜੋ ਕੁਛ ਮਿਲਦਾ, ਤੁਹਾਨੂੰ ਹੈਰਾਨਗੀ ਹੋਣੀ ਹੈ ਵੀ ਉਹ ਤਕਰੀਬਨ ਉੱਥੇ ਦਾ ਉੱਥੇ ਇੱਕ ਅੱਧਾ ਪੁਆਇੰਟ ਚਲਾ ਜਾਂਦਾ, ਇੱਕ ਅੱਧਾ ਪੁਆਇੰਟ ਅੱਗੇ ਪਿੱਛੇ ਹੁੰਦਾ। ਪਰ ਸਰਕਾਰਾਂ ਸਾਰੀਆਂ ਕਹਿੰਦੀਆਂ ਵੀ ਵੇਜਸ ਵਧਾਓ, ਵੇਜਸ ਠੀਕ ਹੈ ਵਧਣੇ ਚਾਹੀਦੇ ਨੇ ਕੰਮ ਕਰਨ ਵਾਲੇ ਨੇ। ਪਰ ਜਿਹੜੇ ਵੇਜਸ ਨੇ ਵਧਾਉਣ ਵਾਸਤੇ ਉਹਨੂੰ ਜੇ ਤੁਸੀਂ ਸਰਵਿਸ ਅੱਗੇ ਪ੍ਰੋਵਾਈਡ ਕਰਨੀ, ਆਪ ਥੋੜ੍ਹਾ ਸਬਸਿਡਾਈਜ਼ ਕਰਨੀ ਤੁਸੀਂ ਜੀ। ਕੋਈ ਸੋਸ਼ਲਾਈਜ਼ ਮੈਡੀਸਨ ਤਾਂ ਹੈ ਨਹੀਂ ਵੀ ਤੁਸੀਂ ਕੋਈ ਬੜੀ ਸੋਸ਼ਲ ਸਰਵਿਸ ਖੋਲ੍ਹੀ ਹੈ ਕਿਸੇ ਵੀ ਕਲੀਨਿਕ ਨੇ ਅਤੇ ਉਹ ਆਪਣੇ ਪੱਲਿਓਂ ਪੈਸੇ ਪਾ ਕੇ ਅਤੇ ਸਰਵਿਸ ਪ੍ਰੋਵਾਈਡ ਕਰਨ। ਸੋ ਉਹ ਵੀ ਇੱਕ ਬੈਲੈਂਸ ਹੈਗਾ, ਉਹ ਮੇਰੇ ਹਿਸਾਬ ਨਾਲ ਡਾਕਟਰਸ ਐਸੋਸੀਏਸ਼ਨ ਡੀਲ ਕਰਦੇ ਪਏ ਨੇ। ਜਿਹੜਾ ਸਵਾਲ ਹੁੰਦਾ ਕਿ ਜਿਹੜੀ ਡਾਕਟਰ ਦੀ ਸ਼ਾਰਟੇਜ ਦਾ ਬੜਿਆਂ ਲੋਕਾਂ ਨੂੰ ਭੁਲੇਖਾ ਵੀ ਡਾਕਟਰਾਂ ਦੀ ਇਨਕਮ ਪੜ੍ਹਦੇ ਨੇ ਸਾਲ ਕਹਿਣਗੇ ਬੜੇ ਪੈਸੇ ਕਮਾਉਂਦੇ ਨੇ, ਪਰ ਸਾਰਿਆਂ ਦੇ ਦਿਮਾਗ 'ਚ ਬਿਲਕੁਲ ਨਹੀਂ ਆਉਂਦਾ ਵੀ ਤਕਰੀਬਨ 40% ਜਿਹੜਾ ਓਵਰਹੈਡ ਐਕਸਪੈਂਸਿਸ ਨੇ ਤੁਹਾਡੇ ਹੋ ਗਿਆ, ਰੈਂਟ ਹੋ ਗਿਆ, ਤੁਹਾਡੀ ਬਿਜਲੀ ਹੋ ਗਈ, ਤੁਹਾਡੀ ਇਲੈਕਟ੍ਰੋਨਿਕਸ ਦਾ ਕੰਮ ਹੋ ਗਿਆ, ਸਟਾਫ ਦਾ ਹੋ ਗਿਆ, ਇੰਸ਼ੋਰੈਂਸ ਹੋ ਗਈ। ਇਹ ਸਾਰੀਆਂ ਗੱਲਾਂ ਇੱਕ ਕਿਸਮ ਦਾ ਬਿਜ਼ਨਸ ਹੈ। ਇੱਕ ਪਾਰਟ ਹੈ ਸਾਨੂੰ ਤਾਂ ਮੈਡੀਸਨ 'ਚ ਬਿਜ਼ਨਸ ਨਹੀਂ ਸਿਖਾਉਂਦੇ, ਉਹ ਤਾਂ ਪ੍ਰੈਕਟਿਸ ਕਰਨੀ ਸਿਖਾਉਂਦੇ ਨੇ, ਪਰ ਜ਼ਬਰਦਸਤੀ ਤੁਸੀਂ ਬਿਜ਼ਨਸ ਪਰਸਨ ਵੀ ਨਾਲ ਬਣ ਜਾਂਦੇ ਹੋ। ਸੋ ਇਹ ਗੱਲਾਂ ਵੀ ਸਾਰਿਆਂ ਦੀ ਸਮਝ 'ਚ ਨਹੀਂ ਹੈਗੀਆਂ, ਕਿਉਂਕਿ ਉਹ ਸਮਝਦੇ ਨੇ ਵੀ ਬਸ ਇਹ ਕੰਮ ਸੌਖਾ ਹੈ, ਲਾਇਸੈਂਸ ਲਿਆ ਅਤੇ ਆਪਾਂ ਬਹਿ ਗਏ ਤਾਂ ਆਪਣਾ ਕੰਮ ਚੱਲ ਪੈਣਾ। ਇਸੇ ਹੀ ਚੱਕਰ ਦੇ ਵਿੱਚ ਜਿਹੜਾ ਨਾ ਲੋਕਾਂ ਕਈਆਂ ਨੂੰ ਪੈਸ਼ਨ ਇਸ ਕੰਮ ਕਰਨ ਵਾਸਤੇ, ਜਾਂ ਕਈਆਂ ਨੂੰ ਸਮਝਿਆ ਸੀ ਵੀ ਇਹ ਲਾਈਵਲੀਹੁੱਡ ਦੁਨੀਆ ਵਿੱਚ ਚੰਗੀ ਹੈ। ਸੋ ਉਸ ਹਿਸਾਬ ਦੇ ਨਾਲ ਜਿਹੜਾ ਸੀ ਨਾ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਇਹ ਜਿਹੜਾ ਪ੍ਰੋਫੈਸ਼ਨ ਹੈ ਇਹਦੀ ਰਿਸਪੈਕਟ ਹੈਗੀ ਹੈ, ਪਰ ਇਹਦੀ ਜਿਹੜੀ ਇਕੱਲੀ ਰਿਸਪੈਕਟ ਖਾਲੀ ਜਿਹੜੀ ਨਾ ਗੱਡੀ ਪਾਣੀ 'ਤੇ ਨਹੀਂ ਚੱਲਣੀ, ਉਹ ਰਿਸਪੈਕਟ ਨੂੰ ਲੈ ਕੇ ਕੀ ਤੁਰਨਾ ਜੇ ਤੁਸੀਂ ਆਪਣੇ ਕੰਮ ਹੀ ਨਹੀਂ ਕਰ ਸਕਦੇ ਸਾਰੇ। ਸੋ ਉਹ ਉੱਥੇ ਜਿਹੜੀਆਂ ਸਾਰੀਆਂ ਸਰਕਾਰਾਂ ਨੇ ਤਕਰੀਬਨ ਫੇਲ ਨੇ। ਕੋਈ ਵੀ ਸਰਕਾਰ ਹੋਏ ਕਿਸੇ ਵੀ ਰੰਗ ਦੀ ਹੋਏ, ਉਹਨਾਂ ਨੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸੋਚਿਆ ਨਹੀਂ। ਪ੍ਰਾਇਮਰੀ ਕੇਅਰ ਹੈ ਉਸੇ ਤਰੀਕੇ ਨਾਲ ਰੱਖੀ ਹੈ, ਦੁਨੀਆ ਦੇ ਬਾਕੀ ਮਾਡਲ ਸੀ ਉਹਨਾਂ ਵੱਲ ਧਿਆਨ ਨਹੀਂ ਕੀਤਾ। UK ਦਾ ਮਾਡਲ ਹੈ, ਤੁਹਾਡਾ ਫਰਾਂਸ ਦੇ ਵਿੱਚ ਹੈਗਾ, ਜਰਮਨੀ, ਇਟਲੀ, ਉਹ ਸਾਰਿਆਂ ਦੇ ਮਾਡਲ ਨੇ, ਕਿਸੇ ਬਾਰੇ ਇਹਨਾਂ ਧਿਆਨ ਨਹੀਂ ਕੀਤਾ ਵੀ ਅਸੀਂ ਉਹਨੂੰ ਵੀ ਕਾਪੀ ਕਰ ਲਈਏ। ਕਿਉਂਕਿ ਜਦੋਂ ਵੀ ਕਿਸੇ ਨੇ ਵੀ ਫੈਸਲਾ ਕਰਨਾ, ਉਹਨਾਂ ਨੂੰ ਡਰ ਲੱਗਦਾ ਕਿ ਅਸੀਂ ਕੋਈ ਗੱਲ ਕਰਾਂਗੇ ਹੈਲਥ ਕੇਅਰ ਬਾਰੇ ਅਤੇ ਇਹਦਾ ਬੜਾ ਮੁਸ਼ਕਿਲ ਹੋਣੀ ਹੈ। ਸੋ ਪਲੈਨਿੰਗ ਜਿਹੜੀ ਹੈ ਨਾ, ਜਿਹੜੀ ਰਿਟਾਇਰਮੈਂਟ ਦੀ ਏਜ ਦੇ ਵੀ ਧਿਆਨ ਨਹੀਂ ਕਿਸੇ ਨੇ ਕੀਤਾ ਵੀ ਕਿੰਨੇ ਲੋਕ ਰਿਟਾਇਰ ਹੋ ਰਹੇ ਨੇ। ਫਿਰ ਇਹ ਨਹੀਂ ਦੇਖਿਆ ਕਿ ਰਿਟਾਇਰਮੈਂਟ ਦੇ ਨਾਲ ਜਿਹੜੀ ਹੈ, ਪਤਾ ਤੁਹਾਨੂੰ ਸਾਰਿਆਂ ਨੂੰ ਵੇਖਣ ਵਾਲਿਆਂ ਵੀ ਜਿਹੜੇ ਅਸੀਂ ਡਾਕਟਰ ਲੋਕ ਹਾਂ, ਸਾਡੀ ਕੋਈ ਪੈਨਸ਼ਨ ਪਲਾਨ ਨਹੀਂ ਹੁੰਦੀ, ਸਾਨੂੰ ਆਪ ਬਣਾਉਣੀ ਪੈਂਦੀ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਕਿਉਂਕਿ ਮੈਡੀਕਲ ਸਿਸਟਮ ਕਿਸੇ ਵੀ ਦੇਸ਼ ਦੇ ਵਿੱਚ ਸਟਰੋਂਗ ਹੋਣਾ ਚਾਹੀਦਾ। ਅਸੀਂ ਕੋਵਿਡ-19 ਦੇ ਸਮੇਂ 'ਚ ਦੇਖ ਲਿਆ ਕਿ ਕਿਸ ਤਰ੍ਹਾਂ ਦਾ ਸਾਡਾ ਮੈਡੀਕਲ ਸਿਸਟਮ ਹੈ, ਇਹ ਸਟਰੋਂਗ ਜਿਹੜਾ ਬਹੁਤ ਹੋਣਾ ਚਾਹੀਦਾ। ਕੋਲੈਪਸ ਹੋ ਸਕਦਾ ਪੂਰਾ ਸਿਸਟਮ, ਮੈਡੀਕਲ ਸਿਸਟਮ ਨਹੀਂ ਹੈਗਾ। ਇੱਕ ਤਾਂ ਮੈਂ ਤੁਹਾਨੂੰ ਐਸਪੈਕਟ ਕੀਤਾ ਕਿ ਕਿਉਂਕਿ ਸਾਰਿਆਂ ਨੂੰ ਭੁਲੇਖਾ, ਉਹ ਮੈਂ ਭੁਲੇਖਾ ਦੂਰ ਕਰ ਦੇਣਾ ਚਾਹੁੰਦਾ। ਕਿਸੇ ਵੀ ਆਪਣੇ ਡਾਕਟਰ ਨੂੰ ਪੁੱਛ ਲਓ, ਤੁਹਾਨੂੰ ਸੇਮ ਜਵਾਬ ਦੇਣਗੇ। ਪਰ ਗੱਲ ਇਹ ਆਉਂਦੀ ਹੈ ਵੀ ਜਦੋਂ ਪ੍ਰੋਫੈਸ਼ਨ ਚੁਣ ਲਿਆ ਫਿਰ ਤੁਹਾਨੂੰ ਕੰਮ ਤਾਂ ਕਰਨਾ ਹੀ ਪੈਣਾ, ਅਤੇ ਤਰੀਕੇ ਵੱਖਰੇ ਨੇ ਕਿਸ ਤਰ੍ਹਾਂ ਤੁਸੀਂ ਸੋਲਵ ਕਰਨੇ ਇਸ਼ੂ। ਜਿਹੜੀ ਡਾਕਟਰ ਦੀ ਸ਼ਾਰਟੇਜ ਹੈ, ਉਹ ਕਿੰਨੀ ਵਾਰੀ ਮੈਂ ਤੁਹਾਡੇ ਪਲੇਟਫਾਰਮ ਤੋਂ ਵੀ ਬਾਕੀਆਂ ਤੋਂ ਵੀ ਗੱਲ ਕੀਤੀ ਹੈ ਕਿ ਇੱਕ ਤਰੀਕਾ ਹੈਗਾ ਵੀ ਤੁਸੀਂ ਇਸ ਸ਼ਾਰਟੇਜ ਨੂੰ ਕੈਨੇਡਾ ਵਿੱਚ ਐਟਲੀਸਟ ਕਾਫੀ ਦੇਰ ਤੱਕ ਸੋਲਵ ਕਰ ਸਕਦੇ ਹੋ। 2-3 ਸਾਲਾਂ 'ਚ ਪ੍ਰੋਬਲਮ ਕਾਫੀ ਪੂਰੀ ਤਾਂ ਨਹੀਂ ਹੋਣੀ ਠੀਕ, ਪਰ ਕਾਫੀ ਫਰਕ ਪੈ ਸਕਦਾ। ਉਹ ਕਿਸ ਤਰ੍ਹਾਂ ਪੈ ਸਕਦਾ ਕਿ ਪ੍ਰੋਗਰਾਮ ਜਿਹੜੇ ਵੇਖਣ ਵਾਲੇ ਨੇ, ਇਹਨਾਂ ਦੇ ਬੱਚੇ, ਕਿੰਨਿਆਂ ਬੱਚਿਆਂ ਨੂੰ ਇਹਨਾਂ ਨੇ ਬਾਹਰਲੇ ਕੰਟਰੀਆਂ ਵਿੱਚ ਭੇਜਿਆ, ਉਹਨਾਂ ਨੇ ਮੈਡੀਕਲ ਦੀ ਟ੍ਰੇਨਿੰਗ ਕਰਕੇ ਇੱਥੇ ਵਾਪਸ ਆਏ ਨੇ, ਐਗਜ਼ਾਮ ਉਹਨਾਂ ਨੇ ਪਾਸ ਕੀਤੇ ਨੇ,
ਪ੍ਰੈਕਟਿਸ ਉਹ ਕਰ ਨਹੀਂ ਸਕਦੇ ਕਿਉਂਕਿ ਰੈਗੂਲੇਸ਼ਨ ਇਹ ਵੀ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ। ਲਾਇਸੈਂਸ ਦੀ ਇਹ ਰਿਕੁਆਇਰਮੈਂਟ ਵੀ ਤੁਹਾਨੂੰ ਐਡੀਸ਼ਨਲ ਟ੍ਰੇਨਿੰਗ ਚਾਹੀਦੀ ਹੈ ਕੋਈ ਸਿਸਟਮ ਨੂੰ, ਤੇ ਉਹਦਾ ਸਟੈਂਡਰਡ ਮੇਨਟੇਨ ਕਰਨ ਵਾਸਤੇ ਉਸ ਰਸਤੇ ਵਿੱਚ ਜਾਣਾ ਪੈਣਾ। ਉਸ ਰਸਤੇ ਜਾਣ ਲਈ ਤੁਹਾਨੂੰ ਚਾਹੀਦੀ ਹੈ ਟ੍ਰੇਨਿੰਗ ਸਪਾਟ। ਟ੍ਰੇਨਿੰਗ ਸਪਾਟ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਫੰਡਿੰਗ ਨਹੀਂ ਹੈਗੀ। ਫੰਡਿੰਗ ਕਿਉਂ ਨਹੀਂ ਹੈਗੀ? ਵੀ ਕੋਈ ਗੱਲਬਾਤ ਨਹੀਂ ਕਰਦਾ। ਇਹ ਹਰ ਸਾਲ ਜਦੋਂ ਵੀ ਕੋਈ ਪੋਲੀਟੀਕਲ ਵਾਤਾਵਰਨ ਬਦਲਣਾ ਹੁੰਦਾ ਉਦੋਂ ਗੱਪਸ਼ਪ ਮਾਰਦੇ ਨੇ ਸਾਰੇ ਵੱਡੀਆਂ ਅਨਾਉਂਸਮੈਂਟਾਂ ਕਰਕੇ, ਪਰ ਅਲਟੀਮੇਟਲੀ ਕਿਸੇ ਦੀ ਉਹਨੂੰ ਹਿੰਮਤ ਨਹੀਂ ਪੈਂਦੀ ਵੀ ਇਸ ਚੀਜ਼ ਨੂੰ ਲਾਗੂ ਕਿਸ ਤਰ੍ਹਾਂ ਕਰਨਾ। ਜਿਹੜੇ ਉਹ 100,000 ਜਾਂ 2,000 ਜਾਂ 3,000 ਜਿਹੜਾ ਵੀ ਨੰਬਰ ਐਗਜ਼ੈਕਟ ਤੇ ਮੈਨੂੰ ਪਤਾ ਨਹੀਂ, ਕਿ ਜਿਹੜੇ ਲੋਕਾਂ ਦੇ ਬੱਚੇ ਘਰਾਂ 'ਚ ਬੈਠੇ ਨੇ ਜਿਨ੍ਹਾਂ ਨੇ ਆਪਣੇ ਬੈਂਕਾਂ ਤੋਂ ਲੋਨ ਲੈ ਕੇ ਸੈਕੰਡ ਮੌਰਗੇਜ ਲੈ ਕੇ ਬੱਚੇ ਪੜ੍ਹਾ ਕੇ ਚੰਗੀ ਤਰ੍ਹਾਂ ਪੜ੍ਹ ਕੇ ਵਾਪਸ ਆਏ ਨੇ, ਤੇ ਉਹ ਇੱਥੇ ਘਰਾਂ 'ਚ ਬੈਠੇ ਨੇ। ਉਹਨਾਂ ਬਹੁਤੀ ਦੇਰ ਨਹੀਂ ਬਹਿਣਾ, ਉਹਨਾਂ ਨੇ ਚਲੇ ਜਾਣਾ USA ਦੇ ਵਿੱਚ ਜਾਂ ਜਿੱਥੋਂ ਪੜ੍ਹ ਕੇ ਆਏ ਸੀ। ਮੈਂ ਕਈ ਇਹੋ ਜਿਹੇ ਬੱਚੇ ਮੇਰੇ ਕੋਲ ਟ੍ਰੇਨਿੰਗ ਕਰਕੇ ਗਏ ਨੇ ਕਿ ਜਿਨ੍ਹਾਂ ਨੇ ਮੈਂਟਰਸ਼ਿਪ ਪ੍ਰੋਗਰਾਮ ਦੇ ਅੰਡਰ ਉਹ UK ਚਲੇ ਗਏ ਨੇ ਵਾਪਸ। ਉਹਨਾਂ ਕਿਹਾ ਵੀ ਅਸੀਂ ਇੱਥੇ ਵੇਟ ਨਹੀਂ ਕਰਨਾ। ਸੋ ਆਪਾਂ ਇੱਕ ਤੇ ਜਿਹੜੇ ਉਹ 1,000 2 3 ਜਾਂ 4,000 ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਯੂਜ਼ ਕਰਨ ਵਾਸਤੇ ਬੜਾ ਸੌਖਾ ਪ੍ਰੋਗਰਾਮ ਹੈ ਕਿ ਤੁਸੀਂ ਪ੍ਰੋਵਿੰਸ ਤੋਂ ਤੇ ਫੈਡਰਲ ਗਵਰਨਮੈਂਟ ਨਾਲ ਗੱਲ ਕਰਕੇ ਉਹ ਜਿਹੜਾ ਉਹਨਾਂ ਦੀ ਇੰਟਰਨਸ਼ਿਪ ਜਾਂ ਰੈਜ਼ੀਡੈਂਸੀ ਦਾ ਜਿਹੜਾ 2 ਸਾਲਾਂ ਦਾ ਫੀਸ ਸਟਰਕਚਰ ਹੈ ਉਹ ਰਿਜ਼ੋਲਵ ਕਰੋ। ਉਹਨਾਂ ਬੱਚਿਆਂ ਨੂੰ ਟ੍ਰੇਨਿੰਗ ਸਪਾਟ ਦਿਓ, ਫਿਰ ਬਾਅਦ 'ਚ ਉਹ ਐਗਜ਼ਾਮ ਪਾਸ ਕਰਕੇ ਆਪਣੇ ਕਾਲਜ ਕੋਲ ਜਾਣ, ਲਾਇਸੈਂਸ ਆਪਣੇ ਕ੍ਰੈਡੈਂਸ਼ੀਅਲ ਪ੍ਰੈਜ਼ੈਂਟ ਕਰਕੇ। ਜੇ ਕਾਲਜ ਸਮਝੇਗਾ ਵੀ ਇਹ ਇਸ ਚੀਜ਼ ਦੇ ਫਿੱਟ ਨੇ ਜਿਹੜਾ ਕਿ ਉਹ ਵੇਟ ਕਰਦੇ ਨੇ ਤੁਸੀਂ ਅਪਲਾਈ ਤਾਂ ਕਰੋ, ਪਰ ਅਪਲਾਈ ਤਾਂ ਕਰੋਗੇ ਜੇ ਕੋਈ ਰੈਗੂਲੇਸ਼ਨ ਹੋਏਗੀ ਕਿਸੇ ਤਰੀਕੇ ਨਾਲ ਤੁਸੀਂ ਪਾਸ ਹੋਣਾ। ਸੋ ਜਿਹੜਾ ਇਹ ਪ੍ਰੋਗਰਾਮ ਤੁਹਾਡੇ ਸੁਣਨ ਵਾਲੇ ਨੇ ਜਿੰਨੇ ਵੀ ਇਹਨਾਂ ਦੇ ਕੋਈ ਵਾਕਫ MLA ਨੇ ਜਾਂ ਮੈਂਬਰ ਆਫ ਪਾਰਲੀਮੈਂਟ, ਮੈਂ ਤਾਂ ਸਾਰਿਆਂ ਨੂੰ ਕਹਿ ਕੇ ਥੱਕ ਚੁੱਕਾ। ਬੜੀ ਵਾਰੀ ਇਨਫੋਰਮੇਸ਼ਨ ਵੀ ਭੇਜੀ ਹੈ, ਪਤਾ ਨਹੀਂ ਉਹ ਗੱਲ ਸੁਣ ਕੇ ਵੀ ਉਹ ਉਹਨਾਂ ਦੇ ਇੱਥੋਂ ਗੱਲ ਸੁਣਦੇ ਨੇ ਮੇਰੇ ਖਿਆਲ ਉਹਨਾਂ ਦੇ ਦਿਮਾਗ 'ਚ ਨਹੀਂ ਜਾਂਦੀ। ਕਈਆਂ ਨੂੰ ਤਾਂ ਮੈਂ ਪੁੱਛਿਆ ਤਾਂ ਉਹ ਮੈਨੂੰ ਲੈਕਚਰ ਦੇਣਾ ਸ਼ੁਰੂ ਕਰ ਦਿੰਦੇ ਨੇ ਜੀ ਹਿਊਮਨ ਰਾਈਟਸ ਦਾ ਇਸ਼ੂ। ਐਸਾ ਨੌਨਸੈਂਸ, ਕਿਸੇ ਦਾ ਇਸ਼ੂ ਨਹੀਂ ਹੈਗਾ। ਤੁਸੀਂ ਸਿਰਫ ਆਪਣੀ ਤੁਹਾਡੀ ਚਾਹੀਦੀ ਹੈ ਪੋਲੀਟੀਕਲ ਵਿਲ ਕਿ ਤੁਸੀਂ ਇਹ ਜਿਹੜੀ ਪ੍ਰੈਜੈਂਟੇਸ਼ਨ ਕਰੋ ਸਰਕਾਰ ਵੱਲੋਂ 2 ਸਾਲਾਂ ਦਾ ਇੱਕ ਜਿਹੜਾ ਨਾ ਪ੍ਰੋਗਰਾਮ ਸ਼ੁਰੂ ਕਰ ਲਓ। ਕਿਸੇ ਵੀ 3-4 ਪ੍ਰੋਵਿੰਸਾਂ ਵਿੱਚੋਂ ਫੈਡਰਲ ਗਵਰਨਮੈਂਟ ਨੇ ਇਲੈਕਸ਼ਨ ਦੇ ਟਾਈਮ 'ਚ ਪਿਛਲੀ ਵਾਰੀ ਇਹਨਾਂ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਪ੍ਰਾਇਮਰੀ ਡਾਕਟਰਸ ਲਈ 100 ਮਿਲੀਅਨ ਜਾਂ ਸਮ ਅਮਾਊਂਟ ਜਿਹੜਾ ਅਸੀਂ ਰੱਖਿਆ। ਉਹਨਾਂ ਤੋਂ ਫੰਡਿੰਗ ਲੈ ਕੇ ਪ੍ਰੋਗਰਾਮ ਬਣਾਓ। ਐਟਲੀਸਟ 2-3 ਸਾਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਤੁਹਾਡੇ ਹੰਡਰਡਸ ਆਫ ਡਾਕਟਰ ਤੁਹਾਨੂੰ ਮਿਲਣਗੇ ਜਿਹੜੇ ਕਿ ਸਰਵਿਸ ਕਰਨ ਲਈ ਤਿਆਰ ਹੋਣਗੇ। ਤੁਸੀਂ ਉਹਨਾਂ ਨਾਲ ਕੋਈ ਕੰਡੀਸ਼ਨ ਲਾਣੀ ਹੈ ਛੋਟੇ ਟਾਊਨ 'ਚ ਜਾਣ ਦੀ, ਉਹ ਵੀ ਲਾਓ, ਕੋਈ ਇਸ਼ੂ ਨਹੀਂ। ਪਰ ਗੱਲ ਤਾਂ ਹੈ ਕਿ ਵੀ ਕਰਨਾ ਤਾਂ ਪੈਣਾ ਨਾ। ਪਰ ਇਹ ਕਹਿਣਾ ਵੀ ਹੋ ਜਾਏਗਾ, ਇਹ ਪ੍ਰੋਬਲਮ ਸਾਲਵ ਹੋ ਜਾਏਗੀ। ਐਮਰਜੈਂਸੀਜ਼ ਇੰਨੇ ਡਾਕਟਰ ਦੀ ਸ਼ਾਰਟੇਜ, ਐਮਰਜੈਂਸੀ ਰੂਮਸ ਬੰਦ ਹੋ ਰਹੇ ਨੇ, ਉਹਨਾਂ 'ਤੇ ਘੱਟ ਘੰਟੇ ਲੱਗਦੇ ਪਏ ਨੇ। ਫਿਰ ਜੇ ਐਮਰਜੈਂਸੀ ਰੂਮ ਦੇ ਵਿੱਚ ਇੱਕ ਗੱਲ ਬੜੀ ਅਜੀਬ ਹੈ ਵੀ ਈਵਨ ਐਜ਼ ਅ ਡਾਕਟਰ ਕਿ ਤੁਸੀਂ ਜੇ ਤੁਹਾਨੂੰ ਕੋਈ ਫੋਨ ਕਰਦਾ ਹਸਪੀਟਲ 'ਚ ਤੁਸੀਂ ਵਾਪਸ ਕਰ ਦਿਓ, ਯੂ ਕੈਨ ਗੈਟ ਥਰੂ। ਉਹਨਾਂ ਨੇ ਕਹਿਣਾ ਵੀ ਨੰਬਰ ਛੱਡੋ ਤੇ ਨੰਬਰ ਤੋਂ ਫੋਨ ਵਾਪਸ ਨਹੀਂ ਆਉਂਦਾ। ਇਹ ਵੀ ਇੰਟਰਸਟਿੰਗ ਗੱਲ ਹੈ ਡਾਕਟਰ ਸਾਹਿਬ ਕਿ ਕਹਿ ਦਿੰਦੇ ਆ ਕਿ ਸ਼ਾਰਟੇਜ ਹੈਗੀ ਹੈ ਸਟਾਫ ਦੀ, ਉਧਰੋਂ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਵਿਹਲੇ ਬੈਠੇ ਨੇ, ਉਧਰੋਂ ਸ਼ਾਰਟੇਜ ਹੈ। ਇਹਨੂੰ ਟਰੈਕ ਕਿਉਂ ਨਹੀਂ ਕੀਤਾ ਜਾਂਦਾ? ਸਾਰੀਆਂ ਚੀਜ਼ਾਂ ਨੂੰ ਇੱਕ ਟਰੈਕ ਦੇ ਉੱਤੇ ਕਿਉਂ ਨਹੀਂ ਲਿਆਂਦਾ ਜਾਂਦਾ? ਦੇਖੋ ਉਹ ਤੇ ਜਿਹੜੀ ਦੂਜੀ ਗੱਲ ਹੈ ਉਹ ਤੇ ਉਹਨਾਂ ਨੇ ਪ੍ਰੋਬਲਮ ਉਹਦੇ ਬਾਰੇ ਨਹੀਂ ਜਾਣਾ ਚਾਹੁੰਦਾ, ਬਹੁਤ ਵੱਡਾ ਇਸ਼ੂ ਹੈ, ਕੀਤਾ ਜਾ ਸਕਦਾ। ਪਰ ਜਿਹੜਾ ਫੈਮਿਲੀ ਡਾਕਟਰਸ ਦੀ ਆਪਾਂ ਗੱਲ ਕਰਨੇ ਪਿਆ ਕਿ ਉਹ ਜਿਹੜਾ ਇਸ਼ੂ ਹੈ ਨਾ ਰਿਜ਼ੋਲਵ ਹੋ ਸਕਦਾ ਟੂ ਸਮ ਡਿਗਰੀ। ਇਹ ਤਾਂ ਨਹੀਂ 100% ਤਾਂ ਨਹੀਂ ਹੋਣਾ ਰਿਜ਼ੋਲਵ, ਬਟ ਐਟਲੀਸਟ ਸ਼ੁਰੂ ਹੋ ਜਾਏਗਾ। ਤੇ ਜਾਂ ਫਿਰ ਜੇ ਤੁਸੀਂ ਨਹੀਂ ਉਹ 2 ਸਾਲਾਂ ਦਾ ਪ੍ਰੋਗਰਾਮ ਕਰਨਾ ਤੇ ਜਿੰਨੇ ਵੀ ਇੱਥੇ ਡਾਕਟਰਸ ਨੇ ਫੈਮਿਲੀ ਡਾਕਟਰਸ ਜਿੰਨੇ ਚੰਗੀਆਂ ਕਲੀਨਿਕਸ ਵਾਲੇ ਨੇ ਉਹਨਾਂ ਦੇ ਥੱਲੇ ਇੱਕ ਮੈਂਟਰਸ਼ਿਪ ਪ੍ਰੋਗਰਾਮ ਤਿਆਰ ਕਰ ਲਓ। ਉਹਨਾਂ ਨੂੰ 2-2 3-3 ਮਹੀਨੇ ਟ੍ਰੇਨਿੰਗ ਦੇ ਕੇ ਤੇ ਤੁਸੀਂ ਉਹਨਾਂ ਨੂੰ ਕੰਮ ਤੇ ਲਾਓ। ਇੱਕ ਬੰਨੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਨਰਸ ਪ੍ਰੈਕਟੀਸ਼ਨਰ ਦਾ ਪ੍ਰੋਗਰਾਮ ਪ੍ਰਮੋਟ ਕਰਨਾ, ਦੂਜੇ ਬੰਨੇ ਕਹਿ ਰਹੇ ਵੀ ਜਿਹੜੇ ਫਿਜ਼ੀਸ਼ੀਅਨ ਅਸਿਸਟੈਂਟ ਦਾ ਪ੍ਰੋਗਰਾਮ ਵੀ ਪ੍ਰਮੋਟ ਕਰਦੇ ਪਏ ਨੇ, ਨਾਲ ਤੁਸੀਂ ਅਰਜੈਂਟ ਕੇਅਰ ਬਣਾ ਰਹੇ ਹੋ। ਇਹ ਜਿਹੜੇ ਰਿਸੋਰਸਿਸ ਨੇ ਇਹ ਸਾਰਿਆਂ ਨੂੰ ਕੰਪਾਈਲ ਕਰਨ ਵਾਸਤੇ ਬੜਾ ਸਿੰਪਲ ਆਨਸਰ ਹੈ। ਇਹਨਾਂ ਨੂੰ ਪਤਾ ਨਹੀਂ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਵੀ ਇਹ ਕੰਮ ਹੋ ਸਕਦਾ, ਕਿਉਂਕਿ ਟੈਕਸ ਪੇਅਰ ਦੀ ਜਿਹੜੀ ਪੈਸੇ ਪਏ ਨਹੀਂ ਇਹਨਾਂ ਨੂੰ ਯੂਜ਼ ਕਰੋ। ਪਲੱਸ ਜਿਹੜਾ ਦੂਸਰਾ ਕੰਮ ਹੈ ਨਾ ਇੰਨੀ ਸਟ੍ਰੈਸ ਹੈ ਸਾਰਿਆਂ ਨੂੰ, ਕਿਉਂਕਿ ਕਈ ਗੱਲ ਕਰਦੇ ਨੇ ਕਈ ਨਹੀਂ ਕਰਦੇ। ਮੈਂ ਤਾਂ ਆਪਣਾ ਗੱਲ ਕਰ ਲੈਣਾ ਮਨ ਖੋਲ੍ਹ ਕੇ। ਮੈਂ ਸਮਝਣਾ ਵੀ
ਜੇ ਤੁਸੀਂ ਨਹੀਂ ਇਹਦੇ ਬਾਰੇ ਗੱਲ ਕਰਦੇ ਤੁਸੀਂ ਵੀ ਸਾਰਿਆਂ ਦੇ ਨਾਲ ਹੀ ਮਿਲੇ ਹੋ ਤੁਹਾਨੂੰ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਲੋਕੀ ਆ ਕੇ ਤੁਹਾਨੂੰ ਫੋਨ ਕਰਦੇ ਨੇ ਕਈ ਵਾਰੀ ਕਹਿਣਗੇ ਵੀ ਸਾਡਾ ਰਿਸ਼ਤੇਦਾਰ ਆਇਆ ਸਾਡੇ ਡਾਕਟਰ ਨਹੀਂ ਮਿਲਦਾ ਉਹਨੂੰ ਪ੍ਰਿਸਕ੍ਰਿਪਸ਼ਨ ਲਿਖ ਕੇ ਦਿਓ ਇੱਕ ਵਾਰੀ ਵੇਖਣਾ ਪੈਣਾ ਜ਼ਰੂਰੀ ਵੇਖਣਾ ਪੈਣਾ ਅਸੀਂ ਤੁਹਾਡੇ ਫਰੈਂਡ ਆ ਫਿਰ ਇਹ ਗੱਲਾਂ ਕੋਈ ਇਹੋ ਜਿਹਾ ਸਿਸਟਮ ਤੇ ਨਹੀਂ ਚੱਲ ਸਕਦਾ ਇਹ ਕੋਈ ਚਾਹ ਤੇ ਕਾਫੀ ਦੀ ਦੁਕਾਨ ਤੇ ਹੈ ਨਹੀਂ ਫਿਰ ਤੁਸੀਂ ਕਹੋ ਵੀ ਅੱਜ ਮੈਂ ਇੱਥੋਂ ਪੀ ਲੈਣਾ ਕੱਲ ਕਿਤੋਂ ਹੋਰ ਚਲੇ ਜਾਵਾਂਗਾ ਇਹ ਤਾਂ ਤੁਹਾਡੇ ਵਾਸਤੇ ਇੰਪੋਰਟੈਂਟ ਚੀਜ਼ ਹੈ ਕਿ ਸਿਸਟਮ ਨੂੰ ਠੀਕ ਕਰਨ ਵਾਸਤੇ ਲੋਕਾਂ ਨੂੰ ਆਵਾਜ਼ ਉਠਾਣੀ ਪੈਣੀ ਹੈ ਇਹਨੇ ਪੋਜ਼ਿਟਿਵ ਵੇ ਇਹ ਨਹੀਂ ਵੀ ਆਪ ਕਹਿਣਾ ਵੀ ਬਸ ਕੋ ਹੱਲਾ ਗੁੱਲਾ ਕਰਨ ਦੀ ਜ਼ਰੂਰਤ ਕੋਈ ਨਹੀਂ ਪਰ ਲਿਖੋ ਆਪਣੇ ਮੈਂਬਰਸ ਆਫ ਜਿਹੜੇ ਤੁਹਾਡੇ ਅਸੈਂਬਲੀ ਦੇ ਨੇ ਉਹ ਕਦ ਲਈ ਬਣਾਏ ਨੇ ਜੇ ਉਹਨਾਂ ਨੇ ਕੰਮ ਹੀ ਨਹੀਂ ਕੋਈ ਸਵਾਰਨਾ ਕਿਸੇ ਦਾ ਸੋ ਇਹ ਗੱਲਾਂ ਜਿਹੜੀਆਂ ਐਸੈਂਸ਼ੀਅਲ ਨੇ ਸਿਰਫ ਜਾ ਕੇ ਕੱਲੀ ਸਤਿ ਸ਼੍ਰੀ ਅਕਾਲ ਬੁਲਾਉਣ ਨਾਲ ਨਹੀਂ ਗੱਲ ਬਣਨੀ ਪਰ ਟੂ ਬੀ ਫੇਅਰ ਇੱਥੇ ਮੈਂ 2-3 ਜਿਹੜੇ ਗਵਰਨਮੈਂਟ ਦੇ ਸਿਟਿੰਗ ਜਿਹੜੇ MLA ਨੇ ਮੈਂ ਜਗਰੂ ਬਰਾੜ ਨੇ ਵੀ ਗੱਲ ਕੀਤੀ ਹੈਰੀ ਬੈਂਸ ਉਹਨਾਂ ਨਾਲ ਗੱਲ ਕੀਤੀ ਮੈਂ ਆਈ ਟਰਾਈਡ ਮੈਨੀ ਟਾਈਮ ਵੀ ਮੈਂ ਮਿਨਿਸਟਰ ਆਫ ਹੈਲਥ ਨੂੰ ਵੀ ਮੈਸੇਜ ਭੇਜਾਂ ਪਰ ਉਹ ਮੈਨੂੰ ਜਾਪਦਾ ਵੀ ਉਹਨਾਂ ਦਾ ਮੈਨੂੰ ਜਾਪਦਾ ਵੀ ਕਿਸੇ ਤਰੀਕੇ ਨਾਲ ਉਹ ਸਮਝਦੇ ਨੇ ਵੀ ਇਹ ਜਿਹੜਾ ਬੰਦੇ ਦਾ ਇਹ ਪੋਲੀਟੀਕਲ ਹੋਰ ਪਾਰਟੀ ਦਾ ਮੇ ਵੀ ਉਹ ਮੇਰੀ ਗੱਲ ਨਹੀਂ ਸੁਣਨਾ ਚਾਹੁੰਦੇ ਪਰ ਅਜੀਬ ਗੱਲ ਹੈ ਕਿ ਜਿਹੜੀ ਚੀਜ਼ ਤੁਹਾਡੇ ਸਾਹਮਣੇ ਉਹਨੂੰ ਤੁਸੀਂ ਵੇਖਦੇ ਨਹੀਂ ਪਏ ਜਿਹੜੀ ਚੀਜ਼ ਨਹੀਂ ਹੈਗੀ ਉਹਨੂੰ ਤੁਸੀਂ ਉਹਦੇ ਬਾਰੇ ਹੋਰ ਗੱਲਾਂ ਕਰਦੇ ਹੋ ਬਿਲਕੁਲ ਜੀ ਜ਼ਿੰਮੇਵਾਰੀ ਵੀ ਹੈ ਤੁਹਾਡੀ ਇੱਕ ਹੈਲਥ ਪ੍ਰੈਕਟੀਸ਼ਨਰ ਹੋਣ ਦੇ ਨਾਤੇ ਕਿ ਕੀ ਹੋ ਰਿਹਾ ਹੈ ਇੰਡਸਟਰੀ ਦੇ ਵਿੱਚ ਸਾਡੀ ਤੇ ਕੀ ਹੋ ਰਿਹਾ ਹੈ ਇੱਕ ਪਾਸੇ ਜਿਵੇਂ ਤੁਸੀਂ ਕਿਹਾ ਕਿ ਇੱਕ ਪਾਸੇ ਸਾਡੀ ਇੱਕ ਇਖਲਾਕੀ ਜ਼ਿੰਮੇਵਾਰੀ ਹੈ ਕਿ ਇੱਕ ਡਾਕਟਰ ਹੈ ਤੇ ਡਾਕਟਰ ਕੀ ਕਰ ਰਿਹਾ ਹੈਗਾ ਇੱਕ ਦੂਜੇ ਪਾਸੇ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਜ਼ਿੰਮੇਵਾਰੀ ਦੇ ਨਾਲ ਨਾਲ ਅਸੀਂ ਦੇਖਣਾ ਕਿ ਨਾਲ ਦੂਜੀਆਂ ਚੀਜ਼ਾਂ ਦੇ ਵਿੱਚ ਕੀ ਹੋ ਰਿਹਾ ਪਰ ਹੁਣ ਤੁਸੀਂ ਇਹ ਵੀ ਦੇਖੋ ਕਿ ਡਾਕਟਰ ਸਾਹਿਬ ਕਿ ਇੱਕ ਤਾਂ ਕਿਸੇ ਦਾ ਪੈਸ਼ਨ ਡਾਕਟਰ ਬਣਨਾ ਈਜ਼ੀ ਨਹੀਂ ਹੈਗਾ ਹੁਣ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਪੜ੍ਹਨਾ ਪੈਂਦਾ ਫਿਰ ਯੂਨੀਵਰਸਿਟੀ ਫਿਰ ਫੀਸਿਸ ਦੀ ਗੱਲ ਹੋ ਜਾਂਦੀ ਹੈ ਕਿੰਨਾ ਕੁਝ ਹੁੰਦਾ ਤੇ ਬਾਅਦ ਵਿੱਚ ਜਿਹੜਾ ਡਾਕਟਰ ਬਣ ਗਿਆ ਉਹ ਚਾਹੁੰਦਾ ਕਿ ਸਾਡਾ ਕੈਰੀਅਰ ਜਿਹੜਾ ਵਧੀਆ ਹੋਵੇ ਇਸ ਹਿਸਾਬ ਨਾਲ ਜੇ ਜਿੱਥੋਂ ਪੜ੍ਹਿਆ ਕੋਈ ਪਹਿਲੀ ਗੱਲ ਇੱਥੇ ਇੰਸਟੀਚਿਊਟ ਨਹੀਂ ਹੁੰਦੇ ਕਈ ਵਾਰੀ ਲੋਕਾਂ ਨੂੰ ਆਪਣੀ ਜਿਹੜੀ ਪੜ੍ਹਾਈ ਪੂਰੀ ਕਰਨ ਦੇ ਲਈ ਹੋਰਾਂ ਦੇਸ਼ਾਂ ਦੇ ਵਿੱਚ ਜਾਣਾ ਪੈਂਦਾ ਫਿਰ ਉਹ ਵਾਪਸ ਜੇ ਉੱਥੇ ਜਾਣਗੇ ਇਸ ਹਿਸਾਬ ਨਾਲ ਤਾਂ ਕੈਨੇਡਾ ਦੇ ਵਿੱਚ ਦਿਨੋਂ ਦਿਨ ਡਾਕਟਰਸ ਦੀ ਸ਼ਾਰਟੇਜ ਹੋਰ ਹੁੰਦੀ ਜਾਊਗੀ ਤੇ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਪੈਦਾ ਹੋ ਜਾਣੀ ਹੈ ਕੈਨੇਡਾ ਦੇ ਲਈ ਇਹ ਸਾਰੇ ਪਾਸੇ ਗੱਲ ਚੱਲਦੀ ਵੀ ਹੈ ਕੋਈ ਵੀ ਜਿਹੜਾ ਨਾ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਮੈਂ ਉਹਨਾਂ ਨੇ ਵੀ ਗੱਲ ਕੀਤੀ ਰਣਦੀਪ ਸਰਾਏ ਹੋਣਾ ਨਾਲ ਮੈਂ ਉਹਨਾਂ ਨੂੰ ਕਿਹਾ ਵੀ ਆਪਣੇ ਮਿਨਿਸਟਰ ਆਫ ਹੈਲਥ ਨਾਲ ਗੱਲ ਕਰੋ ਕਿ ਆਹ ਜਿਹੜੀ ਪ੍ਰਪੋਜ਼ਲ ਹੈ ਤੁਸੀਂ ਇਹਦੇ ਤੇ ਕੰਮ ਕਿਉਂ ਨਹੀਂ ਕਰਦੇ ਪਏ ਪਰ ਮੈਨੂੰ ਨਹੀਂ ਜਾਪਦਾ ਕਿਸੇ ਪਾਸੇ ਪਹੁੰਚੀ ਗੱਲ ਤੇ ਹੁਣ ਉਸ ਤੋਂ ਇਲਾਵਾ ਜਿਹੜੇ ਜੌਨ ਐਲਡੌਗ ਨੇ ਉਹਨਾਂ ਨੂੰ ਵੀ ਮੈਂ ਕਿਹਾ ਵੀ ਇਹਦੇ ਬਾਰੇ ਗੱਲਬਾਤ ਕਰੋ ਲੋਕਾਂ ਦੀ ਇਹ ਪਰੇਸ਼ਾਨੀਆਂ ਨੇ ਹਸਪੀਟਲ ਦੇ ਨਵਾਂ ਬਣਾਉਣ ਨੂੰ ਫਿਰਨੇ ਆ ਸੀ ਪਰ ਉਹਦੇ ਵਿੱਚੋਂ ਇਕੱਲੇ ਬੈੱਡ ਤੇ ਨਹੀਂ ਖੜੇ ਕਰਨੇ ਖਾਲੀ ਲੋਕਾਂ ਨੇ ਉੱਥੇ ਜਾਣਾ ਕੰਮ ਕਰਨ ਵਾਲਿਆਂ ਨੇ ਜਾਣਾ ਐਮਰਜੈਂਸੀ ਡਾਕਟਰਸ ਦੀ ਸ਼ਾਰਟੇਜ ਹੈਗੀ ਹੈ ਜਿਹੜੇ ਹਸਪੀਟਲਿਸਟ ਨੇ ਉਹਨਾਂ ਦੀ ਸ਼ਾਰਟੇਜ ਹੈਗੀ ਹੈ ਨਰਸਿਸ ਦੀ ਸ਼ਾਰਟੇਜ ਹੈਗੀ ਹੈ ਸੋ ਜਿਹੜਾ ਇੱਕ ਦੇ ਠੀਕ ਹੋਣ ਨਾਲ ਗੱਲ ਨਹੀਂ ਬਣਨੀ ਪਰ ਮੈਂ ਸਮਝਦਾ ਕਿ ਜਦੋਂ ਤੁਸੀਂ 40-45% ਜਿਹੜਾ ਪ੍ਰੋਵਿੰਸ ਦਾ ਬਜਟ ਇਹ ਖਰਚ ਕਰਦੇ ਪਏ ਥੋੜ੍ਹਾ ਜਿਹਾ ਰੀਆਰਗਨਾਈਜੇਸ਼ਨ ਕਰੋ ਥੋੜ੍ਹਾ ਜਿਹਾ ਦਿਮਾਗ ਨੂੰ ਖੋਲ੍ਹ ਕੇ ਸੋਚੋ ਕਿ ਇਹ ਕੰਮ ਹੋ ਸਕਦਾ ਤੇ ਨਹੀਂ ਤੇ ਫਿਰ ਦੂਸਰਾ ਗੱਲ ਕਿ ਹੁਣ ਇਹ ਹੁੰਦਾ ਵੀ ਜਿਹੜੇ ਸ਼ਾਰਟੇਜ ਨੇ ਲੋਕ ਤੁਸੀਂ ਉਹਨਾਂ ਨੂੰ ਲੈ ਕੇ ਆਓ ਕਈ ਮੈਂ ਇਹੋ ਜਿਹੇ ਲੋਕ ਆਉਂਦੇ ਨੇ ਬਾਕੀ ਕੰਟਰੀਆਂ ਤੋਂ ਪ੍ਰੋਫੈਸ਼ਨਲੀ ਉਹਨਾਂ ਨੂੰ ਨੰਬਰ ਮਿਲਦੇ ਨੇ ਪੂਰੇ ਆਪਣੀ ਇਮੀਗ੍ਰੇਸ਼ਨ ਲੈ ਕੇ ਆ ਰਹੇ ਜਦੋਂ ਇੱਥੇ ਪਹੁੰਚਦੇ ਨੇ ਸਤਿ ਸ਼੍ਰੀ ਅਕਾਲ ਹੈ ਨਹੀਂ ਕੋਈ ਤੁਹਾਡੇ ਲਈ ਕੰਮ ਨਹੀਂ ਹੈਗਾ ਤੁਹਾਨੂੰ ਆਪਣੀ ਜਿਹੜਾ ਨਾ ਐਗਜ਼ਾਮ ਪਾਸ ਕਰਨੇ ਪੈਣੇ ਫਿਰ ਐਗਜ਼ਾਮ ਪਾਸ ਕਰ ਲੈਂਦੇ ਫਿਰ ਕਹਿੰਦੇ ਵੀ ਐਗਜ਼ਾਮ ਪਾਸ ਕਰ ਲਿਆ ਹੁਣ ਤੁਹਾਨੂੰ ਟ੍ਰੇਨਿੰਗ ਦਾ ਸਪਾਟ ਲੱਭੋ ਫਿਰ ਟ੍ਰੇਨਿੰਗ ਦਾ ਸਪਾਟ ਨਹੀਂ ਮਿਲਣਾ ਗੱਲ ਤਾਂ ਹੈਗੀ ਕਿ ਜਿਹੜੀ ਰਸਤਾ A to Z ਦੇ ਵਿੱਚ A ਤੇ ਪਹੁੰਚ ਗਿਆ ਬੰਦਾ B C D E F G H ਤੱਕ ਪਹੁੰਚ ਗਿਆ ਅੱਗੇ ਕਿੱਥੋਂ ਜਾਣਾ ਅੱਛਾ ਡਾਕਟਰ ਸਾਹਿਬ ਤੁਸੀਂ ਵੀ ਡਾਕਟਰ ਹੈਗੇ ਆ ਮੈਨੂੰ ਲੱਗਦਾ ਤੁਹਾਨੂੰ ਵੀ ਸ਼ਾਇਦ ਇਹ ਗੱਲ ਨਾ ਚੰਗੀ ਲੱਗੇ ਪਰ ਡਾਕਟਰਸ ਕੀ ਅਜਿਹਾ ਕਿਉਂ ਕਰਦੇ ਨੇ ਕਿਉਂਕਿ ਇੱਕ ਫੈਮਿਲੀ ਡਾਕਟਰ ਹੈ ਕਿਸੇ ਕੋਲ ਪਹਿਲੀ ਗੱਲ ਤਾਂ ਡਾਕਟਰ ਮਿਲ ਹੀ ਨਹੀਂ ਰਹੇ ਫਿਰ ਅਸੀਂ ਕਹਿੰਦੇ ਆ ਕਿ ਐਮਰਜੈਂਸੀ ਚਲੇ ਜਾਓ ਫਿਰ ਜੇ ਐਮਰਜੈਂਸੀ ਚਲੇ ਜਾਂਦੇ ਆ ਤਾਂ ਹੋਰ ਇੱਥੇ ਇੱਕ ਛੋਟੇ ਕਲੀਨਿਕ ਖੁੱਲੇ ਹੋਏ ਨੇ ਫਿਰ ਸਪੈਸ਼ਲਿਸਟ ਕੋਲ ਤਾਂ ਦੂਰ ਦੀ ਗੱਲ ਹੈ ਕਿ ਕੋਈ ਜਾਂਦਾ ਹੋਊਗਾ ਜਾਂ ਨਹੀਂ ਜਾਂਦਾ ਹੋਊਗਾ ਪਰ ਪਹਿਲੀ ਗੱਲ ਜਦੋਂ ਅਸੀਂ ਫੈਮਿਲੀ ਡਾਕਟਰ ਨੂੰ ਫੋਨ ਕਰਦੇ ਆ ਅਸੀਂ ਆਪਣੇ ਪਰਸਨਲ ਲੈਵਲ ਤੇ ਗੱਲ ਕਰੀਏ ਜਾਂ ਲੋਕ ਜਿਹੜੇ ਸਵਾਲ ਪੁੱਛਦੇ ਨੇ ਕਿ ਕੀ ਹੋ ਕੀ ਰਿਹਾ ਫੋਨ ਕਰਦੇ ਆ ਫੈਮਿਲੀ ਡਾਕਟਰ ਨੂੰ ਪਹਿਲਾਂ ਤਾਂ ਡਾਕਟਰ ਕਹਿੰਦਾ ਜੀ ਇਸ ਤਾਂ ਫ੍ਰੀ ਨਹੀਂ ਹੈਗੇ ਇਸ ਤਾਂ ਬਿਜ਼ੀ ਹੈਗੇ ਆ ਅਗਲੇ ਹਫਤੇ ਦੀ ਤੁਹਾਨੂੰ ਅਪਾਇੰਟਮੈਂਟ ਮਿਲੂਗੀ ਰਾਈਟ ਵੇ ਅਪਾਇੰਟਮੈਂਟ ਹੀ ਨਹੀਂ ਮਿਲਦੀਆਂ ਅਗਲੇ ਹਫਤੇ ਤੱਕ ਦੀ ਅਪਾਇੰਟਮੈਂਟ ਮਿਲਦੀ ਹੈ ਫਿਰ ਜੇ ਐਮਰਜੈਂਸੀ ਚੱਲ ਜਾਂਦੇ ਆ 4 ਦਿਨ ਬਾਅਦ ਡਾਕਟਰ ਦਾ ਫੋਨ ਆਉਂਦਾ ਇੰਨੀ ਕੁ ਗੱਲ ਪਿੱਛੇ ਤੁਸੀਂ ਐਮਰਜੈਂਸੀ ਕਿਉਂ ਗਏ ਮੈਨੂੰ ਪਤਾ ਹੈ ਕਿ ਐਮਰਜੈਂਸੀ ਉਦੋਂ ਜਾਇਆ ਜਾਵੇ ਜਦੋਂ ਬਹੁਤ ਜ਼ਿਆਦਾ ਐਮਰਜੈਂਸੀ ਹੋਵੇ ਪਰ ਕਈ ਵਾਰੀ ਕਿਸੇ ਤੋਂ ਸਹਿਨ ਨਹੀਂ ਹੁੰਦਾ ਐਮਰਜੈਂਸੀ ਚਲੇ ਜਾਂਦੇ ਆ ਫਿਰ ਡਾਕਟਰ ਕਹਿੰਦੇ ਨਹੀਂ ਰਾਈਟ ਵੇ ਤੁਹਾਨੂੰ ਮਿਲ ਜਾਣੀ ਸੀ ਤੁਸੀਂ ਫੋਨ ਤਾਂ ਕਰਦੇ ਇਸੇ ਚੱਕਰ 'ਚ ਅਸੀਂ ਕਨਫਿਊਜ਼ ਹੋ ਕੇ ਰਹਿ ਜਾਂਦੇ ਆ ਤੇ ਲੋਕਾਂ ਦੀ ਜਿਹੜੀ ਡਿਜ਼ੀਜ਼ ਆ ਹੋਰ ਵੱਧਦੀ ਜਾਂਦੇ ਆ ਤੁਹਾਨੂੰ ਕੀ ਲੱਗਦਾ ਸੱਚ ਹੈ ਇਦਾਂ ਦੀ ਚੀਜ਼ਾਂ ਹੋ ਰਹੀਆਂ ਇਹ ਸਾਰਾ ਕੁਝ ਇਹ ਹੋ ਰਿਹਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਜਿਹੜੇ ਮੁਸ਼ਕਲਾਂ ਆ ਰਹੀਆਂ ਨੇ
ਤੇ ਜਿਹੜੀਆਂ ਮੁਸ਼ਕਲਾਂ ਨੇ ਇਹਦਾ, ਕਿਉਂਕਿ ਸਿਸਟਮ ਦੇ ਵਿੱਚ ਗੜਬੜ ਹੋ ਗਈ ਹੈ। ਜਿੰਨੀ ਦੇਰ ਤੱਕ ਸਿਸਟਮ ਨੂੰ ਪੂਰਾ ਠੀਕ ਨਹੀਂ ਕਰਨਗੇ, ਉਨੀ ਇੱਕ ਚੀਜ਼ ਫਿਕਸ ਕਰ ਲਓਗੇ ਦੂਜੀ ਹੋ ਜਾਏਗੀ। ਅਰਜੈਂਟ ਕੇਅਰ ਵੀ ਠੀਕ ਹੈ, ਵੀ ਲੋਕਾਂ ਨੂੰ ਜ਼ਰੂਰਤ ਪੈ ਜਾਂਦੀ ਹੈ, ਐਮਰਜੈਂਸੀ ਦੀ ਵੀ ਜ਼ਰੂਰਤ ਹੈ, ਇਹ ਵੀ ਜ਼ਰੂਰਤ ਹੈ। ਐਮਰਜੈਂਸੀ ਵਿੱਚ ਜ਼ਰੂਰੀ ਪੇਸ਼ੈਂਟ ਦਾ ਜਾਣਾ ਜ਼ਰੂਰੀ ਹੈ, ਆਮ ਦਾ ਨਹੀਂ ਜਾਣਾ ਜ਼ਰੂਰੀ, ਇਸੇ ਕਰਕੇ ਕਲੀਨਿਕਸ ਬਾਹਰ ਖੁੱਲ੍ਹਦੀਆਂ ਪਈਆਂ ਸੀ। ਸੋ ਇਹ ਜਿਹੜਾ ਗੱਲ ਤੇ ਆਉਂਦੀ ਹੈ ਵੀ ਅਲਟੀਮੇਟਲੀ ਜਿਹਨੂੰ ਵੀ ਤੁਸੀਂ ਪੁੱਛਣਾ ਉਹਨੇ ਕਹਿਣਾ ਵੀ ਮੈਂ ਇੰਨੀ ਦੇਰ ਵੇਟ ਨਹੀਂ ਕਰ ਸਕਦਾ। ਪਰ ਹਮੇਸ਼ਾ ਇਹ ਹੁੰਦਾ ਸੀ ਵੀ ਕਿਸੇ ਵੀ ਪ੍ਰੈਕਟਿਸ ਵਿੱਚ ਸੈੱਟ ਗਰੁੱਪ ਆਫ ਜਿਹੜੇ ਤੁਹਾਡੀਆਂ ਅਪਾਇੰਟਮੈਂਟ ਨੇ ਉਹ ਰੈਗੂਲਰ ਹੁੰਦੀਆਂ। ਕਈ ਹੁੰਦੀਆਂ ਤੁਸੀਂ ਐਮਰਜੈਂਸੀ ਸਪਾਟ ਰੱਖੇ ਹੁੰਦੇ ਨੇ, ਪਰ ਜਦੋਂ ਤੁਹਾਡੇ ਕੋਲ ਕੋਈ ਆ ਜਾਂਦਾ ਫਿਰ ਤੁਸੀਂ ਉਹਨੂੰ ਧੱਕੇ ਥੋੜ੍ਹੇ ਮਾਰਨੇ ਨੇ। ਫਿਰ ਤੁਸੀਂ ਜੇ ਤੁਸੀਂ ਸਪੋਜ਼ ਕਰੋ ਕਿ ਤੁਸੀਂ ਐਮਰਜੈਂਸੀ 'ਚ ਪੇਸ਼ੈਂਟ ਭੇਜਿਆ, ਤੁਹਾਡੇ ਕੋਲ ਵਾਪਸ ਆ ਗਿਆ ਜੀ, ਤੇ ਉਹਨੇ ਆ ਕੇ ਕਹਿਣਾ ਮੇਰਾ ਉਹਨਾਂ ਕੁਝ ਨਹੀਂ ਕੀਤਾ, ਤੇ 3 ਦਿਨਾਂ ਬਾਅਦ ਕਹਿਣਗੇ ਜੀ ਆਹ ਗੱਲ ਮਿਸ ਹੋ ਗਈ ਜੀ, ਇਹਨੂੰ ਕਰੋ। ਸੋ ਇੰਨਾ ਡਾਕਟਰਾਂ ਦੇ ਪ੍ਰੈਸ਼ਰ। ਮੈਂ ਬੜਾ ਹੈਰਾਨ ਹੋਇਆ ਸੀ ਇੱਕ ਦਿਨ, ਜਿਨ੍ਹਾਂ ਨੇ ਪ੍ਰੋਗਰਾਮ ਦੇਖਣਾ, ਇੱਕ ਦੋ ਬੰਦਿਆਂ ਨੂੰ ਗੱਲ ਆਈ, ਉਹ ਕਹਿੰਦੇ ਵੀ ਜਿਹੜੇ ਤੁਹਾਡੇ ਡਾਕਟਰ ਨੇ ਛੱਡ ਕੇ ਰੀਅਲ ਸਟੇਟ 'ਚ ਆ ਰਹੇ ਨੇ। ਮੈਂ ਕਿਹਾ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ। ਕਹਿੰਦੇ ਵੀ ਉਹ ਤੇ ਕਹਿੰਦੇ ਵੀ ਤੁਸੀਂ ਤੁਹਾਨੂੰ ਜਿੰਨੇ ਤੁਸੀਂ ਪੈਸੇ ਬਣਾ ਰਹੇ ਹੋ, ਤੁਹਾਨੂੰ $32 ਜਾਂ ਮਿਲਦੇ ਨੇ ਇੱਕ ਮਰੀਜ਼ ਨੂੰ ਵੇਖਣ ਦੇ, ਤੇ ਜਿਹੜਾ 1 ਘੰਟੇ ਵਿੱਚ 4 ਤੁਸੀਂ ਮਰੀਜ਼ ਵੇਖਦੇ ਪਏ, ਉਹਦੇ ਪੈਸੇ ਕਿਸ ਤਰ੍ਹਾਂ ਪੇ ਕਰਦੇ ਹੋ ਆਪਣੇ ਸਟਾਫ ਨੂੰ। ਸੋ ਕਈ ਗੱਲਾਂ ਦੇ ਲੋਕਾਂ ਨੂੰ ਹੁਣ ਸਮਝ ਆਉਣੀ ਸ਼ੁਰੂ ਹੋ ਗਈ ਹੈ ਵੀ ਇਹ ਜਿਹੜਾ ਗੱਲ ਹੈ ਨਾ, ਇਹਨੂੰ ਤੁਹਾਨੂੰ ਚੇਂਜ ਕਰਨਾ ਪੈਣਾ ਸਿਸਟਮ ਨੂੰ। ਬਾਕੀ ਗੱਲ ਇੱਕ ਹੁੰਦਾ ਵੀ ਕਿ ਤੁਸੀਂ ਇਹ ਨਾਅਰਾ ਮਾਰ ਲੈਂਦੇ ਹੋ ਵੀ ਹਾਂਜੀ ਜੀ ਸਾਡੇ ਕੋਲ ਯੂਨੀਵਰਸਲ ਹੈਲਥ ਕੇਅਰ ਸਿਸਟਮ ਹੈ ਜੀ, ਅਸੀਂ ਸਾਰਾ ਕੁਝ ਪ੍ਰੋਵਾਈਡ ਕਰਨੇ ਆ, ਪਰ ਦਰਵਾਜ਼ੇ 'ਤੇ ਜਿੱਥੋਂ ਵੜਨਾ ਉਹਦੇ ਵਿੱਚ ਤੇ ਜਾਂ ਤਾਲਾ ਲੱਗਾ ਤੇ ਜਾਂ ਉਹ ਦਰਵਾਜ਼ਾ ਬੰਦ ਹੈ, ਤੇ ਜਾਂ ਦਰਵਾਜ਼ੇ ਦੀ ਚਾਬੀ ਜਿਹੜੀ ਹੈ ਨਾ ਕਿਸੇ ਹੋਰ ਦੇ ਹੱਥ 'ਚ, ਤੇ ਕਿਸ ਤਰ੍ਹਾਂ ਤੁਸੀਂ ਜਾਣਾ। ਇਹ ਤਾਂ ਮੈਂ ਹੈਰਾਨ ਹਾਂ ਵੀ ਕਿ ਲੋਕਾਂ ਨੇ ਇਹ ਗੱਲ ਨੂੰ ਅਜੇ ਤੱਕ ਕੋਈ ਸੀਰੀਅਸਲੀ ਲਿਆ, ਪਰ ਇਹਦਾ ਐਕਸ਼ਨ ਬਾਰੇ ਕੁਝ ਨਹੀਂ ਸੋਚਦੇ ਪਏ। ਕਈ ਵਾਰੀ ਮੈਨੂੰ ਜਾਪਦਾ ਇਹਦਾ ਨਾ ਕੋਈ ਸੋਲੂਸ਼ਨ ਵੇਖਣਾ ਪੈਣਾ। ਅਸੀਂ ਤਾਂ ਰਿਕੁਐਸਟ ਹੀ ਕਰ ਸਕਦੇ ਹਾਂ ਸਾਰਿਆਂ ਨੂੰ। ਮੈਂ ਤੇ ਜਿਹੜਾ ਪ੍ਰੋਵਿੰਸ਼ਲੀ ਜਿਹੜਾ ਸਾਡੇ ਨੇ ਲੀਡਰ ਕੈਬਨ ਫਾਲਕਨ, ਉਹਨਾਂ ਨੇ ਵੀ ਕਿਹਾ ਵੀ ਇਹਦੇ ਬਾਰੇ ਕੁਝ ਸੋਚੋ, ਸਵਾਲ ਉਠਾਓ, ਗੱਲਬਾਤ ਕਰੋ, ਬੈਠੋ, ਲੋਕਾਂ ਨੂੰ ਸਮਝੋ। ਤੇ ਜਿਹੜੇ ਸਾਡੇ ਨੇ ਆਪਣੇ ਆਪਣੇ ਸਿਹਤ ਮੰਤਰੀ, ਉਹ ਸਿਆਣੇ ਨੇ, ਉਹਨਾਂ ਨੂੰ ਪਤਾ ਇਸ ਗੱਲ ਦਾ, ਪਰ ਐਕਸ਼ਨ ਨਹੀਂ ਮੈਂ ਵੇਖਦਾ। ਬਿਲਕੁਲ ਜੀ, ਐਕਸ਼ਨ ਹੋਣੇ ਚਾਹੀਦੇ ਨੇ। ਹੁਣ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਸੋਲੂਸ਼ਨ ਇੱਕ ਪਰਮਾਨੈਂਟ ਹੋਣਾ ਚਾਹੀਦਾ। ਅਸੀਂ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਵੀ ਅਸੀਂ ਦੇਖ ਲਈਏ ਕਿ ਲੋਕ ਆਈ ਜਾ ਰਹੇ ਆ, ਫੈਡਰਲ ਸਰਕਾਰ ਜਿਹੜੀ ਉਹ ਪ੍ਰੋਮਿਸ ਕਰੀ ਜਾ ਰਹੀ ਹੈ ਕਿ ਇੰਨੇ ਲੱਖ ਲੋਕ ਆ ਜਾਣੇ ਆ, ਇੰਨਾ ਹੋ ਜਾਣਾ। ਸੋ ਲੋਕ ਆ ਰਹੇ ਨੇ ਪਰ ਉਹਨਾਂ ਨੂੰ ਫੈਸਿਲਿਟੀਜ਼ ਨਹੀਂ ਮਿਲ ਰਹੀਆਂ। ਲੋਕ ਦੂਜੇ ਸਿਸਟਮਸ ਤੋਂ, ਦੂਜੇ ਮੁਲਕਾਂ ਦੇ ਸਿਸਟਮ ਤੋਂ ਤੰਗ ਹੋ ਕੇ ਆਉਂਦੇ ਨੇ ਕਿ ਸਾਨੂੰ ਸਿਸਟਮ ਵਧੀਆ ਮਿਲੂਗਾ, ਤੇ ਅਸੀਂ ਜਿਹੜੇ ਇੱਥੇ ਲੋਕ ਰਹਿ ਰਹੇ ਨੇ, ਆਲਰੇਡੀ ਟੈਕਸ ਪੇਅਰ ਨੇ, ਉਹਨਾਂ ਨੂੰ ਸਿਹਤ ਸੇਵਾਵਾਂ ਹੀ ਨਹੀਂ ਮਿਲ ਰਹੀਆਂ। ਐਮਰਜੈਂਸੀ ਦੇ ਵਿੱਚ ਲਾਈਨ ਅਪਸ ਦੇਖੀਆਂ ਜਾ ਰਹੀਆਂ ਨੇ। ਐਮਰਜੈਂਸੀ ਚਲੇ ਜਾਓ, ਐਮਰਜੈਂਸੀ ਨਾਮ ਦੀ ਐਮਰਜੈਂਸੀ 8-8 ਘੰਟੇ ਲੋਕਾਂ ਨੂੰ ਉੱਥੇ ਵੇਟ ਕਰਨਾ ਪੈ ਰਿਹਾ ਹੈਗਾ। ਉਦੋਂ ਬਾਅਦ 'ਚ ਉਹਨਾਂ ਦੀ ਕਿਤੇ ਵਾਰੀ ਆਉਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਕਿਤੇ ਇਲਾਜ ਹੁੰਦਾ। ਐਮਰਜੈਂਸੀ ਇਧਰ ਮੈਟਰਨਿਟੀ ਵਾਰਡ ਦੇ ਵਿੱਚ ਇਸ ਤਰ੍ਹਾਂ ਦੀਆਂ ਕੇਸਿਸ ਜਿਹੜੇ ਨੇ, ਖਾਸ ਕਰਕੇ ਇੱਥੇ ਸਾਡੇ ਲੋਕਲ ਆ ਰਹੇ ਨੇ, ਕਿ ਉਹ ਸੁਣ ਕੇ ਬੰਦਾ ਹੈਰਾਨ ਰਹਿ ਜਾਂਦਾ ਕਿ ਅਸੀਂ ਇਸ ਸਿਸਟਮ ਦੇ ਵਿੱਚ ਰਹਿ ਰਹੇ ਹੈਗੇ। ਸੱਚਮੁੱਚ ਇੰਪਲੀਮੈਂਟੇਸ਼ਨ ਤੇ ਸੋਲੂਸ਼ਨਸ ਜਿਹੜੇ ਨੇ ਸੱਚਮੁੱਚ ਹੋਣੇ ਚਾਹੀਦੇ ਨੇ। ਗਵਰਨਮੈਂਟ ਨੂੰ ਤੇ ਸਾਡੀ ਲੋਕਲ ਅਥਾਰਟੀਜ਼ ਨੂੰ ਕੀ ਮੈਸੇਜ ਦੋਗੇ ਜੀ ਐਂਡ ਦੇ ਉੱਤੇ? ਨਹੀਂ, ਉਹਨਾਂ ਨੂੰ ਸਾਰਿਆਂ ਨਾਲ ਗੱਲਬਾਤ ਕਰਨੀ ਪੈਣੀ ਹੈ। ਤੇ ਜੇ ਤੁਸੀਂ ਕਹੋ ਵੀ ਇਹ ਗੱਲਬਾਤ ਜੀ ਹੁਣ ਸਿਰਫ ਅਗਲੇ 2024 'ਚ ਹੀ ਕਰਨੀ ਹੈ, ਇਲੈਕਸ਼ਨਾਂ ਤੋਂ ਪਹਿਲਾਂ, ਜਾਂ ਉਦੋਂ ਹੀ 2-4 ਮਹੀਨੇ ਮਾਰ ਕੇ ਗੱਪਸ਼ਪ ਤੇ ਲੋਕਾਂ ਨੂੰ ਐਵੇਂ ਚੱਕਰ 'ਚ ਪਾ ਕੇ ਤੇ ਫਿਰ ਤੁਸੀਂ ਕਹਿਣਾ ਵੀ ਆਪਾਂ 4 ਸਾਲ ਨੂੰ ਵੇਟ ਕਰਨਾ, ਸੋਲੂਸ਼ਨ ਤੇ ਵੇਖਣਾ ਪੈਣਾ। ਪਰ ਬਦਕਿਸਮਤੀ ਨਾਲ ਜਿਹੜੀ ਸਿਗਨੀਫਿਕੈਂਟ ਪਾਪੂਲੇਸ਼ਨ ਹੈ, ਜਿਹੜੇ ਲੋਕੀ ਔਰ ਸਿਰਫ ਉਹ ਡਾਕਟਰਾਂ ਦੇ ਗੁੱਸੇ ਹੋਣ ਲਈ ਤਿਆਰ ਨੇ, ਪਰ ਐਕਚੁਅਲੀ ਜਿਹਨਾਂ ਨਾਲ ਗੱਲ ਕਰਨੀ ਚਾਹੀਦੀ ਉਹਨਾਂ ਨਾਲ ਤਾਂ ਗੱਲ ਨਹੀਂ ਕਰਦੇ। ਉਹਨਾਂ ਕੋਲ ਤਾਂ ਉਹਨਾਂ ਨੂੰ ਸਿਰਫ ਚਾਹ ਪਿਆ ਕੇ ਤੇ ਤੋੜ ਦਿੰਦੇ ਨੇ। ਆਸਕ ਦੈਮ ਵੈਰੀ ਗੁੱਡ ਕੁਐਸਚਨਸ ਵੀ ਭਾਈ ਸਾਹਿਬ ਵੀ ਆਹ ਜਿਹੜੇ ਕੰਮ ਕਰਨ ਵਾਲੇ ਇਹ ਕਦੋਂ ਚਾੜਨੇ ਨੇ ਸਿਰੇ। ਤਾਂ ਪਰ ਅਸੀਂ ਤਾਂ ਕਰਦੇ ਰਹਿਣਾ ਜਿੰਨੀ ਦੇਰ ਤੱਕ ਜਿੰਨਾ ਕੁਝ ਸਮਝ ਹੈਗੀ ਹੈ, ਪਰ ਨਾਟ ਇਨ ਟੂ ਮਚ ਇਨ ਨੈਗੇਟਿਵ ਵੇ, but in a very constructive way, that this issue should be resolved and should be resolved as soon as possible. There could be a disaster. एक ही होएगा tomorrow if there is a earthquake, ਜੇ ਕੋਈ flood ਆ ਜਾਂਦੇ ਨੇ, ਵੱਡੇ fires ਲੱਗ ਜਾਂਦੀਆਂ ਜ਼ਿਆਦਾ,
ਵਾਤਾਵਰਨ ਇੰਨਾ ਖਰਾਬ ਹੋ ਰਿਹਾ, ਫਿਰ ਉਹ ਜੇ ਕੋ ਆ ਗਿਆ ਤਾਂ ਕਿੱਥੋਂ ਮੈਂ ਆਉਣੀ ਹੈ ਸਪਲਾਈ ਤੁਹਾਡੇ ਕੋਲ। ਜਿਹੜੇ ਇੰਨੇ ਲੋਕੀ ਜੇ ਟ੍ਰੇਨ ਨਾ ਹੋਣਗੇ ਉਹ ਕਿਸ ਤਰ੍ਹਾਂ ਕੰਮ ਕਰਨਗੇ, ਐਮਰਜੈਂਸੀ ਦੇ ਵਿੱਚ ਕੰਮ ਕਿਸ ਤਰ੍ਹਾਂ ਚੱਲਣਾ। ਜੇ ਕੋਈ 10 ਤੁਹਾਡੇ ਕੋਲ ਹਾਰਟ ਦੇ ਪੇਸ਼ੈਂਟ ਆ ਜਾਣ ਉਹਨਾਂ ਨੂੰ ਕੀ ਕਰੋਗੇ। ਆ ਜਿਹੜਾ 2 ਸਾਲਾਂ ਦੇ ਵਿੱਚ ਜਿਹੜੀ ਸਾਰੀ ਡਿਮਾਂਡ ਹੈ, ਜਿਹੜੀ ਲੋਕਾਂ ਦੀ ਅਪਾਇੰਟਮੈਂਟਸ ਜਿਹੜੀਆਂ ਕੈਂਸਲ ਹੋਈਆਂ ਸੀ ਸਰਜਰੀ ਦੀਆਂ ਇਲੈਕਟਿਵ, ਉਹਨਾਂ ਨੂੰ ਕਿੱਦਾਂ ਐਡਜਸਟ ਕਰਨਾ। ਕੈਂਸਰ ਟ੍ਰੀਟਮੈਂਟ ਜਾਂ ਹਾਰਟ ਟ੍ਰੀਟਮੈਂਟ ਉਹਨਾਂ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ। ਇਸ ਤੋਂ ਇਲਾਵਾ ਬਾਕੀ ਜਿਹੜੀਆਂ ਮੈਡੀਕੇਸ਼ਨਸ ਨੇ ਉਹਨਾਂ ਨੂੰ ਲੋਕਾਂ ਨੂੰ ਕਿਸ ਤਰ੍ਹਾਂ ਐਕਸਪਲੇਨ ਕਰਨਾ। ਲੋਕੀ ਆ ਕੇ ਤੇ ਇਹ ਬੜਾ ਗੁੱਸੇ ਹੁੰਦੇ ਨੇ ਵੀ ਮੈਡੀਸਨ ਬੜੀ ਮਹਿੰਗੀ ਹੈ, ਇਹ ਕਿਉਂ ਨਹੀਂ ਅਪਰੂਵ ਹੋ ਰਹੀ। ਡਾਕਟਰ ਫੋਨ ਕਰੇ ਤੇ ਡਾਕਟਰ ਕਿੱਥੋਂ ਫੋਨ ਕਰੇ। ਡਾਕਟਰ ਨੇ ਮਰੀਜ਼ ਵੇਖਣਾ ਕਿ ਉਹਨੇ 10 ਵਾਰੀ ਫੋਨ ਕਰਨਾ ਸੇਮ ਕੰਮ ਵਾਸਤੇ। ਉਹਨਾਂ ਨੂੰ ਕਿਸੇ ਨੂੰ ਸਿਸਟਮ ਦੀ ਸਮਝ ਹੀ ਨਹੀਂ ਹੈਗੀ। ਡਾਕਟਰ ਨੂੰ ਤਾਂ ਸਮਝਦੇ ਨੇ ਫੈਮਿਲੀ ਡਾਕਟਰ ਨੂੰ ਸਾਡਾ ਨੌਕਰੀ ਹੈ। ਉਹਨਾਂ ਕਹਿਣਾ ਜਿਸ ਤਰ੍ਹਾਂ ਵੀ ਇਹਨੇ ਸਾਡੇ ਲਈ ਕੰਮ ਕਰਨਾ। ਥੋੜ੍ਹਾ ਜਿਹਾ ਇਹ ਜਿਹੜਾ ਨਾ ਐਟੀਟਿਊਡ ਬੜਾ ਮੇਰੇ ਹਿਸਾਬ ਨਾਲ ਤੇ ਬੜਾ ਗਲਤ ਪਾਸੇ ਤੁਰ ਪਿਆ। ਡਾਕਟਰਾਂ ਤੇ ਗੁੱਸਾ ਕੱਢਣ ਦੀ ਲੋੜ ਨਹੀਂ ਹੈਗੀ, ਸਰਕਾਰਾਂ ਨੂੰ ਸਵਾਲ ਪੁੱਛਣ ਦੀ ਲੋੜ ਸਾਰੇ ਹੈਗੀ ਪਾਸੇ ਸਾਰੇ ਸਿਸਟਮ ਦੇ ਵਿੱਚ ਨਹੀਂ ਵੀ ਗੁੱਸੇ ਹੋਣ ਦੀ ਕਿਸੇ ਪਾਸੇ ਜ਼ਰੂਰਤ ਨਹੀਂ। ਜਸਟ ਲੁੱਕ ਐਟ ਦੀ ਬਈ ਇੱਕ ਪ੍ਰੋਬਲਮ ਤੁਹਾਨੂੰ ਪਤਾ ਵੀ ਆਹ ਪ੍ਰੋਬਲਮ ਸਾਡੇ ਕੋਲ ਖੜੀ ਹੈ, ਇਸ ਪ੍ਰੋਬਲਮ ਦੇ ਆ ਹਿੱਸੇ ਨੇ, ਇਸ ਪ੍ਰੋਬਲਮ ਦੇ ਬੇਸਿਸ ਇਹ ਨੇ, ਇਹਦੇ ਪੋਸੀਬਲ ਸੋਲੂਸ਼ਨਸ ਇਹ ਨੇ। ਇਹ ਬਾਕੀ ਪ੍ਰੋਵਿੰਸਾਂ ਨੇ ਆਹ ਕੰਮ ਕੀਤਾ ਤੇ ਕਾਮਯਾਬ ਹੋ ਗਏ, ਅਸੀਂ ਕਿਉਂ ਨਹੀਂ ਕਰ ਸਕਦੇ। ਜੇ ਨਹੀਂ ਪਰਸਨਲੀ ਕਰ ਸਕਦੇ ਕੋਲੈਕਟਿਵਲੀ ਕਰ ਲਓ। ਜੇ ਕੋਲੈਕਟਿਵਲੀ ਨਹੀਂ ਕਰਨਾ ਆਪਣੀ ਤੁਹਾਡੀ ਗਵਰਨਮੈਂਟ ਦੇ ਆਪਣੀ ਫਿਲਾਸਫੀ ਦੇ ਸਾਹਮਣੇ ਕੁਝ ਕੰਮ ਕਰੋ, ਪਰ ਇਹਨੂੰ ਸੋਲਵ ਤੇ ਕਰਨਾ ਪੈਣਾ। ਜੀ ਬਿਲਕੁਲ ਜੀ। ਸੋ ਬੜੀ ਵਧੀਆ ਸਿੱਧੇ ਤਰੀਕੇ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੈਗੀ ਹੈ। ਉਮੀਦ ਕਰਦੇ ਹਾਂ ਕਿ MP MLA ਲੋਕਲ ਸਾਡੀ ਆਵਾਜ਼ ਉਠਾਉਣਗੇ ਤੇ ਕਹਿਣਗੇ ਕਿ ਇਹਨੂੰ ਜਲਦ ਤੋਂ ਜਲਦ ਜਿਹੜਾ ਸੋਲਵ ਕਰਨਾ ਚਾਹੀਦਾ। ਸੋ ਤੁਹਾਡਾ ਅੱਜ ਦੀ ਗੱਲਬਾਤ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਡਾਕਟਰ ਚੀਮਾ ਦੇ ਨਾਲ ਅੱਜ ਗੱਲਬਾਤ ਹੋਈ ਹੈ। ਸੱਚਮੁੱਚ ਇਹ ਵੱਡਾ ਇਸ਼ੂ ਆ। ਅਸੀਂ ਸਾਰੇ ਹਰ ਰੋਜ਼ ਸਫਰ ਕਰਦੇ ਹਾਂ। ਅਸੀਂ ਨਹੀਂ, ਡਾਕਟਰਸ ਵੀ ਸਫਰ ਕਰਦੇ ਨੇ ਜਿਹੜੇ ਆਪਣੀ ਤਨ ਮਨ ਦੇ ਨਾਲ ਡਿਊਟੀ ਜਿਹੜੀ ਉਹ ਨਿਭਾ ਰਹੇ ਨੇ। ਇਹਨਾਂ ਨੂੰ ਵੀ ਲੋੜ ਹੈ ਹੋਰ ਜਿਹੜੇ ਸਟਾਫ ਦੀ, ਇਹਨਾਂ ਨੂੰ ਵੀ ਲੋੜ ਹੈ ਹੋਰ ਫੈਮਿਲੀ ਡਾਕਟਰਸ ਦੀ, ਤਾਂ ਕਿ ਇਹਨਾਂ ਦੇ ਉੱਤੇ ਜਿਹੜਾ ਵਾਧੂ ਬੋਝ ਆ ਉਹ ਘਟ ਸਕੇ ਤੇ ਲੋਕਾਂ ਨੂੰ ਆਸਾਨੀ ਦੇ ਨਾਲ ਫੈਸਿਲਿਟੀਆਂ ਜਿਹੜੀਆਂ ਉਹ ਮਿਲ ਸਕਣ। ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਲੋਕਲ MP ਨੇ MLA ਨੇ ਉਹ ਆਵਾਜ਼ ਬਣਨਗੇ ਤੇ ਉਹ ਗਵਰਨਮੈਂਟ ਤੱਕ, ਸਰਕਾਰਾਂ ਤੱਕ ਸਾਡੀ ਆਵਾਜ਼ ਜਿਹੜੀ ਆ ਪਹੁੰਚਾਉਣਗੇ ਤੇ ਸਿਸਟਮ ਨੂੰ ਜਿਹੜਾ ਹੈ ਉਹ ਸੋਲਵ ਕਰਨ ਦੀ ਜਿਹੜੀਆਂ ਡਿਫਿਕਲਟੀਜ਼ ਆ ਰਹੀਆਂ ਨੇ, ਪ੍ਰੋਬਲਮਸ ਆ ਰਹੀਆਂ ਨੇ, ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨਗੇ। ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।